आदाब नमस्कार सत श्री अकाल दर्शकों मैं छवि ਤੁਹਾਡੇ ਸਭ ਦਾ ਸਵਾਗਤ ਕਰਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟ ਤੇ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ ਪਿਰਾਮਿਡ ਈ ਸਰਵਿਸਿਜ਼ ਦੇ ਡਾਇਰੈਕਟਰ ਮਿਸਟਰ ਬਲਨੂਰ ਸਿੰਘ ਬੇਦੀ। ਦਰਸ਼ਕੋ ਪਿਰਾਮਿਡ ਈ ਸਰਵਿਸਿਜ਼ ਕਿਸੇ ਵੀ ਇੰਟਰੋਡਕਸ਼ਨ ਦਾ ਮੁਹਤਾਜ ਨਹੀਂ ਹੈ। ਸਾਲੋਂ ਸਾਲ ਤੋਂ ਇਹ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਸਟੂਡੈਂਟਸ ਨੂੰ ਸਰਵਿਸਿਜ਼ ਦਿੰਦਾ ਆ ਰਿਹਾ ਹੈ ਤੇ ਮੋਰ ਦੈਨ 80-90% ਜਿਹੜਾ ਹੈਗਾ ਇਸ ਕੰਪਨੀ ਦਾ ਸਕਸੈਸ ਰੇਟ ਹੈ। ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, USA ਹਰ ਕੰਟਰੀ ਦੇ ਵਿੱਚ ਸਟੂਡੈਂਟਸ ਨੂੰ ਸਰਵਿਸਿਜ਼ ਦਿੰਦਾ ਆ ਰਿਹਾ ਹੈ। ਸੋ ਅੱਜ ਸ਼ੋਅ ਦੇ ਵਿੱਚ ਅਸੀਂ ਕੁਝ ਕੰਟਰੀਜ਼ ਤੇ ਜ਼ਰੂਰ ਗੱਲ ਕਰਾਂਗੇ ਤਾਂ ਕਿ ਤੁਹਾਨੂੰ ਇੱਕ ਐਗਜ਼ੈਕਟ ਇਨਫੋਰਮੇਸ਼ਨ ਹੈ ਜਿਹੜੀ ਉਹ ਪਹੁੰਚ ਸਕੇ। ਸੋ ਸਰ ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸ਼ੈਵੀ ਜੀ ਔਰ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਿੱਘਾ ਸਤਿ ਸ਼੍ਰੀ ਅਕਾਲ ਜੀ। ਜੀ ਸਰ ਅੱਜ ਇਸ ਸ਼ੋਅ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਕੈਨੇਡਾ ਦੀ ਜ਼ਰੂਰ ਗੱਲ ਕਰਨਾ ਚਾਹਾਂਗੀ ਕਿਉਂਕਿ ਕੈਨੇਡਾ ਦਾ ਜਿਵੇਂ ਹੁਣ ਮਈ ਇਨਟੇਕ ਨਜ਼ਦੀਕ ਆ ਰਿਹਾ ਉਸ ਤੋਂ ਬਾਅਦ ਸੈਪਟੰਬਰ ਇਨਟੇਕ ਹੈ। ਗਹਿਮਾ ਗਹਿਮੀ ਦਾ ਮਾਹੌਲ ਹੁਣ ਜਿਹੜਾ ਸ਼ੁਰੂ ਹੋ ਚੁੱਕਾ ਕੈਨੇਡਾ ਨੂੰ ਲੈ ਕੇ ਕਿਉਂਕਿ ਜਿਹੜੇ ਪ੍ਰੀਵੀਅਸ ਰਿਜ਼ਲਟਸ ਰਹੇ ਨੇ ਉੱਥੋਂ ਜਿਹੜੇ ਸਟੂਡੈਂਟਸ ਨੇ ਕਾਫੀ ਜ਼ਿਆਦਾ ਥੋੜੇ ਸ਼ੌਕ ਹੋ ਚੁੱਕੇ ਸੀਗੇ। ਸੋ ਹੁਣ ਟਾਈਮ ਤੋਂ ਹੀ ਪਹਿਲਾਂ ਜਿਹੜਾ ਇਨਟੇਕ ਤੋਂ ਪਹਿਲਾਂ ਹੀ ਜਿਹੜਾ ਉਹ ਰਾਈਟ ਡਿਸੀਜਨ ਹੈ ਉਹ ਲੈਣਾ ਚਾਹੁੰਦੇ ਨੇ ਤਾਂ ਕਿ ਔਨ ਦਾ ਸਪੋਟ ਉਹਨਾਂ ਦੀ ਫਾਈਲਸ ਨਾ ਲੱਗੇ, ਰਿਜੈਕਸ਼ਨ ਨਾ ਵਧੇ। ਸੋ ਪਹਿਲਾਂ ਹੀ ਜਿਹੜਾ ਅਵੇਅਰ ਹੋਣਾ ਸ਼ੁਰੂ ਹੋ ਚੁੱਕੇ ਨੇ। ਸ਼ੈਵੀ ਜੀ ਦੇਖੋ ਜਦੋਂ 15 ਨਵੰਬਰ ਤੋਂ ਬਾਅਦ ਇੱਕਦਮ ਹੀ ਵੀਜ਼ਾ ਸਕਸੈਸ ਰੇਟ 75%, 85% ਤੋਂ 60%, 55% ਤੇ ਆਇਆ ਤੇ ਬਹੁਤ ਮਾਰਕੀਟ ਵਿੱਚ ਸਪੈਕੂਲੇਸ਼ਨਸ ਆਈਆਂ ਕੈਨੇਡਾ ਸਟੂਡੈਂਟ ਵੀਜ਼ਾ ਨੂੰ ਲੈ ਕੇ ਕਿ ਜਿਹੜਾ ਪੈਰਿਸ ਵਿੱਚ ਅਟੈਕ ਹੋਇਆ ਉਸ ਅਟੈਕ ਕਰਕੇ ਸਾਰੀ ਕੰਟਰੀਆਂ ਥੋੜੇ ਜਿਹੇ ਏਸ਼ੀਅਨ ਕੰਟਰੀਜ਼ ਤੋਂ ਸਟੂਡੈਂਟਸ ਘੱਟ ਲੈ ਕੇ ਜਾਣਾ ਚਾਹੁੰਦੀਆਂ ਜਾਂ ਜਿਹੜੀ ਸੀਰੀਆ ਦੇ ਵਿੱਚ ਫੈਮਿਲੀ ਇਮੀਗ੍ਰੇਸ਼ਨਸ ਨੂੰ 50,000 ਫੈਮਿਲੀ ਇਮੀਗ੍ਰੈਂਟਸ ਨੂੰ ਇਨਵਾਈਟ ਕੀਤਾ ਗਿਆ। ਕੈਨੇਡੀਅਨ ਨਵੀਂ ਸਰਕਾਰ ਜਿਹੜੀ ਇਹਨਾਂ ਦੀ ਬਣੀ ਹੈ ਲਿਬਰਲ ਗਵਰਨਮੈਂਟ ਵੱਲੋਂ ਉਸ ਮੱਦੇ ਨਜ਼ਰ ਰੱਖਦੇ ਹੋਏ ਸਿੰਸ ਵੀਜ਼ਾ ਆਫਿਸਰਸ ਇਮੀਗ੍ਰੇਸ਼ਨ ਵੀਜ਼ਾ ਆਫਿਸਰਸ ਮੂਵ ਕੀਤੇ ਗਏ ਸੀਰੀਆ ਵਿੱਚ ਉਸ ਕਰਕੇ ਵੀਜ਼ਾ ਡਿਕਲਾਈਨ ਜ਼ਿਆਦਾ ਹੋਣੇ ਸ਼ੁਰੂ ਹੋ ਗਏ, ਅਪਰੂਵਲ ਰੇਟ ਘਟਿਆ। ਸੋ ਇਹ ਸਪੈਕੂਲੇਸ਼ਨਸ ਹੀ ਸੀ ਕਿਉਂਕਿ ਅਸਲੀ ਕਾਰਨ ਕੀ ਸੀ ਕਿ ਜੋ ਕੋਟਾ ਸੀ ਉਹ ਕੋਟਾ ਜਦੋਂ ਭਰ ਗਿਆ ਜਿੰਨੇ ਸਟੂਡੈਂਟਸ ਉਹਨਾਂ ਨੂੰ ਚਾਹੀਦੇ ਸੀ, ਕਾਲਜਸ ਨੂੰ ਚਾਹੀਦੇ ਸੀ, ਯੂਨੀਵਰਸਿਟੀਜ਼ ਨੂੰ ਚਾਹੀਦੇ ਸੀ, ਜਦੋਂ ਉਹ ਅਪਰੂਵਲ ਰੇਟ ਦੇ ਨਾਲ ਉਹ ਕੋਟਾ ਅਚੀਵ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਰਿਫਿਊਜ਼ਲਸ ਆਉਣੇ ਸ਼ੁਰੂ ਹੋ ਗਏ। ਸੋ ਬੋਟਮ ਲਾਈਨ ਕੀ ਸੀ ਕਿ ਜਿਨ੍ਹਾਂ ਬੱਚਿਆਂ ਨੇ ਜਲਦੀ ਫਾਈਲਾਂ ਲਗਾਈਆਂ, ਬੋਟਮ ਲਾਈਨ ਕੀ ਸੀ ਕਿ ਵੀਜ਼ਾ ਆਫਿਸਰ ਚਾਹੁੰਦਾ ਹੈ ਕਿ ਜਿਹੜੇ ਬੱਚੇ ਜਲਦੀ ਅਪਲਾਈ ਕਰ ਰਹੇ ਹੈ ਉਹਨਾਂ ਬੱਚਿਆਂ ਨੂੰ ਪਹਿਲ ਦਿੱਤੀ ਜਾਵੇ ਵੀਜ਼ਾ ਵਿੱਚ, ਉਹਨਾਂ ਬੱਚਿਆਂ ਨੂੰ ਪਹਿਲ ਦਿੱਤੀ ਜਾਵੇ ਉੱਥੇ ਜਾ ਕੇ ਪੜ੍ਹਨ ਵਿੱਚ। So ultimately they have come to a point when they say enough is enough, we have put our foot down that students who are well prepared will be given first preference ਕਿ ਜਿਹੜੇ ਬੱਚੇ ਜ਼ਿਆਦਾ prepared ਹੈ, ਜਿਹੜੇ ਬੱਚੇ ਟਾਈਮ ਸਿਰ ਆਪਣੀ ਆਫਰ ਲੈਟਰ ਅਪਲਾਈ ਕਰਦੇ ਆ, ਟਾਈਮ ਸਿਰ ਆਪਣੀ ਫੀਸਾਂ ਪੇ ਕਰਦੇ ਆ, ਟਾਈਮ ਸਿਰ ਆਈਲੈਟਸ ਦਾ ਸਕੋਰ ਲੈਂਦੇ ਆ, ਉਹਨਾਂ ਬੱਚਿਆਂ ਨੂੰ ਆਪਾਂ ਪਹਿਲ ਦੇਵਾਂਗੇ। ਪਹਿਲ ਦੇ ਆਧਾਰ ਤੇ ਉਹਨਾਂ ਬੱਚਿਆਂ ਨੂੰ ਆਪਾਂ ਵੀਜ਼ਾ ਦੇਵਾਂਗੇ। ਹੁਣ ਇਹਦਾ ਮਤਲਬ ਹੈ ਕਿ ਮਈ, ਸਪਟੈਂਬਰ ਔਰ ਜਨਵਰੀ 2016 ਵਿੱਚ ਤੁਸੀਂ ਇਹੀ ਟ੍ਰੈਂਡ ਦੇਖੋਗੇ। ਜਿਹੜੇ ਬੱਚੇ ਜਲਦੀ ਕੇਸ ਲਗਾ ਰਹੇ ਹੈ, ਜਲਦੀ ਫਾਈਲ ਲੌਂਚ ਕਰ ਰਹੇ ਹੈ, ਉਹਨਾਂ ਦਾ ਵੀਜ਼ਾ ਸਕਸੈਸ ਰੇਟ ਅਪ ਜਾਏਗਾ। ਜਿਹੜੇ ਆਖਰੀ ਦਿਨਾਂ ਵਿੱਚ ਫਾਈਲਸ ਲਗਾ ਰਹੇ ਹੈ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਡਾਊਨ ਜਾਏਗਾ। ਇਸ ਲਈ ਆਪਣੀ ਜਿਹੜੀ ਮੈਂਟੈਲਿਟੀ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ ਇਸ ਵੇਲੇ। ਜਿਹੜਾ ਸਾਡਾ ਸੋਚਣ ਦਾ ਨਜ਼ਰੀਆ ਹੈ ਕਿ ਚਲੋ ਕੋਈ ਨਾ ਮਈ ਸੈਸ਼ਨ ਹੈ ਆਪਣੇ ਕੋਲ ਟਾਈਮ ਪਿਆ ਅਪ੍ਰੈਲ ਤੱਕ, ਚਲੋ ਨਾ ਸਪਟੰਬਰ ਸੈਸ਼ਨ ਹੈ ਆਪਣੇ ਕੋਲ ਟਾਈਮ ਪਿਆ ਅਗਸਤ ਤੱਕ, ਇਹ ਸੋਚ ਨੂੰ ਬਦਲਣਾ ਛਵੀ ਜੀ ਇਸ ਵੇਲੇ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਕਿਉਂਕਿ ਵੀਜ਼ਾ ਆਫਿਸਰਸ ਨੇ ਜਨਵਰੀ 2016 ਸੈਸ਼ਨ ਵਿੱਚ ਇੰਡੀਕੇਸ਼ਨ ਦਿੱਤੀ ਹੈ ਕਿ ਆਪਾਂ ਕਿਸੇ ਵੀ ਹਾਲਤ ਵਿੱਚ ਜਿਹੜੇ ਬੱਚੇ ਲੇਟ ਅਪਲਾਈ ਕਰਨਗੇ ਉਹਨਾਂ ਨੂੰ ਵੀਜ਼ਾ ਨਹੀਂ ਦੇਣਾ, ਚਾਹੇ ਉਹ 60 ਵਾਲੇ ਹੋਣ ਚਾਹੇ 70% ਵਾਲੇ ਹੋਣ। ਇਸ ਲਈ ਮੈਂ ਅਪੀਲ ਕਰਦਾ ਆਪਣੀ ਸਾਰੀ ਪੰਜਾਬ ਦੀ, ਹਿੰਦੁਸਤਾਨ ਦੀ ਜਨਤਾ ਨੂੰ ਕਿ ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਫਾਈਲ ਜਲਦੀ ਲਗਾਓ। ਸੋ ਜੇ ਮਈ ਸੈਸ਼ਨ ਵਿੱਚ ਅਪਲਾਈ ਕਰ ਰਹੇ ਹੋ ਤੇ ਮੇਕ ਸ਼ੋਰ कि 15 ਮਾਰਚ ਤੱਕ ਆਪਣੀ ਫਾਈਲ ਲੌਂਚ ਕਰੋ ਮਈ ਸੈਸ਼ਨ ਦੇ ਲਈ। ਇੱਦਾਂ ਹੀ ਜੇ ਤੁਸੀਂ ਸਪਟੰਬਰ ਸੈਸ਼ਨ ਵਿੱਚ ਆਪਣਾ ਕੇਸ ਅਪਲਾਈ ਕਰ ਰਹੇ ਹੋ ਤੇ 15 ਜੁਲਾਈ ਤੱਕ ਆਪਣੀ ਫਾਈਲ ਲੌਂਚ ਕਰੋ। 1 ਅਗਸਤ ਦੀ ਵੇਟ ਵੀ ਨਾ ਕਰੋ, ਚਾਹੇ 1 ਅਗਸਤ ਡੈਡਲਾਈਨ ਹੈ ਐਮਬੈਸੀ ਵੱਲੋਂ, ਸਪਟੰਬਰ ਸੈਸ਼ਨ ਲਈ ਵੀ 15 ਜੁਲਾਈ ਤੱਕ ਔਰ ਮਈ ਸੈਸ਼ਨ ਲਈ 15 ਮਾਰਚ ਤੱਕ ਫਾਈਲ ਲਗਾਓ ਤਾਂ ਕਿ ਟਾਈਮ ਸਿਰ ਫਾਈਲ ਅੰਦਰ ਜਾਵੇ ਔਰ ਟਾਈਮ ਸਿਰ ਰਿਜ਼ਲਟ ਆਵੇ, ਤੁਸੀਂ ਟਾਈਮ ਸਿਰ ਉੱਥੇ ਜਾ ਕੇ ਆਪਣੀ ਕਲਾਸਾਂ ਸਟਾਰਟ ਕਰ ਸਕੋ। ਸਰ ਹੁਣ ਜਿਹੜਾ ਮੇ ਇਨਟੇਕ ਆ ਰਿਹਾ ਆਮ ਤੌਰ ਤੇ ਮੇ ਇਨਟੇਕ ਨੂੰ ਜੇ ਅਸੀਂ ਕੰਪੇਅਰ ਕਰੀਏ ਸੈਪਟੰਬਰ ਇਨਟੇਕ ਦੇ ਨਾਲ ਤੇ ਬੜਾ ਛੋਟਾ ਜਿਹਾ ਇਨਟੇਕ ਹੈ। ਮੋਸਟ ਆਫ ਦਾ ਕਾਲਜਸ ਜਿਹੜੇ ਹੈਗੇ ਨੇ ਸਾਰੇ ਕੋਰਸਿਸ ਨਹੀਂ ਓਪਨ ਕਰਦੇ ਜਿਹੜੇ ਸੈਪਟੰਬਰ ਦੇ ਵਿੱਚ ਓਪਨ ਹੋਣੇ। ਲੇਕਿਨ ਐਜ਼ ਐਨ ਐਕਸਪਰਟ ਵਾਟ ਯੂ ਥਿੰਕ ਕਿ ਸੈਪਟੰਬਰ ਇਨਟੇਕ ਤੋਂ ਇਲਾਵਾ ਜਿਹੜਾ ਮੇ ਇਨਟੇਕ ਹੈ, ਮੇ ਇਨਟੇਕ ਦੇ ਵਿੱਚ ਕਿਸ ਤਰ੍ਹਾਂ ਦਾ ਸਟੂਡੈਂਟ ਅਪਲਾਈ ਕਰੇ? ਛਵੀ ਜੀ ਦੇਖੋ
ਜੇ ਤੁਹਾਨੂੰ ਤੁਹਾਡਾ ਮਨਪਸੰਦ ਕੋਰਸ ਨਹੀਂ ਮਿਲ ਰਿਹਾ, ਮਨਪਸੰਦ ਕਾਲਜ ਨਹੀਂ ਮਿਲ ਰਿਹਾ, ਤੇ ਪਲੀਜ਼ ਮਈ ਇਨਟੇਕ ਨੂੰ ਛੱਡ ਦਿਓ। ਦੇਖੋ ਆਪਾਂ ਹੀ ਉਹ ਲੋਕ ਆ ਜਿਹੜੇ ਤੁਹਾਨੂੰ ਪਿਛਲੇ ਸਾਲ ਤੱਕ ਕਹਿੰਦੇ ਹੁੰਦੇ ਸੀ ਕਿ ਯਾਰ ਮਈ ਨੂੰ ਨਾ ਛੱਡਣਾ ਕਿਉਂਕਿ ਤੁਹਾਡੇ 4 ਮਹੀਨੇ ਵੇਸਟ ਹੋ ਜਾਊਗੇ, ਸਪਟੰਬਰ ਨੂੰ ਨਾ ਚੂਜ਼ ਕਰਨਾ ਕਿਉਂਕਿ ਤੁਹਾਡੇ 4 ਮਹੀਨੇ ਵੇਸਟ ਹੋ ਜਾਊਗੇ। ਉਦੋਂ ਕੋਰਸ ਅਵੇਲੇਬਲ ਹੁੰਦੇ ਸੀ, ਹੁਣ ਨੰਬਰ ਆਫ ਐਪਲੀਕੇਸ਼ਨਸ ਇੱਕਦਮ ਹੀ ਸ਼ੂਟ ਅਪ ਹੋ ਚੁੱਕੀਆਂ, ਕਾਫੀ ਵੱਧ ਚੁੱਕੀਆਂ। ਇਸ ਲਈ ਜੇ ਮਨਪਸੰਦ ਕੋਰਸ ਨਹੀਂ ਮਿਲ ਰਿਹਾ, ਜੇ ਮਨਪਸੰਦ ਪੜ੍ਹਾਈ ਨਹੀਂ ਮਿਲਦੀ ਪਈ, ਮਨਪਸੰਦ ਕਾਲਜ ਨਹੀਂ ਮਿਲਦਾ ਪਿਆ, ਉੱਥੇ ਜਾ ਕੇ ਜੇ ਤੁਸੀਂ ਚੇਂਜ ਹੀ ਕਰਨਾ ਹੈ ਤੇ ਮੈਂ ਅਪੀਲ ਕਰਦਾ ਕਿ ਪਲੀਜ਼ ਸਪਟੰਬਰ ਸੈਸ਼ਨ ਲਈ ਹੀ ਅਪਲਾਈ ਕਰੋ, ਹੁਣ ਹੀ ਅਪਲਾਈ ਕਰੋ। ਤੁਹਾਡੀ ਫਾਈਲ ਅਪ੍ਰੈਲ ਦੇ ਮਹੀਨੇ 'ਚ ਸਪਟੰਬਰ ਸੈਸ਼ਨ ਦੀ ਲੱਗ ਜਾਏਗੀ, ਅਪ੍ਰੈਲ ਦੇ ਮਹੀਨੇ 'ਚ ਤੁਹਾਡਾ ਸਪਟੰਬਰ ਸੈਸ਼ਨ ਲਈ ਵੀਜ਼ਾ ਆ ਜਾਏਗਾ, ਜੂਨ ਦੇ ਮਹੀਨੇ 'ਚ ਤੁਸੀਂ ਸਪਟੰਬਰ ਸੈਸ਼ਨ ਲਈ ਜਾ ਪਾਓਗੇ। ਸੋ ਇਸ ਲਈ ਇਹ ਸੋਚ ਕੇ ਕਿ ਸਾਡੇ 4 ਮਹੀਨੇ ਵੇਸਟ ਹੋ ਜਾਣਗੇ, ਆਲਰੇਡੀ 1 ਸਾਲ ਜੇ ਵੇਸਟ ਹੋ ਚੁੱਕਾ ਤਾਂ 4 ਮਹੀਨੇ ਨਾਲ ਕੋਈ ਲੰਬਾ ਚੌੜਾ ਫਰਕ ਨਹੀਂ ਪੈਂਦਾ। ਜੇ ਤੁਸੀਂ 2015 ਪਾਸ ਆਊਟ ਹੋ, 2014 ਪਾਸ ਆਊਟ ਹੋ ਤੇ ਸਪਟੰਬਰ 2016 ਸੈਸ਼ਨ ਦੇ ਲਈ ਤੁਸੀਂ ਲੇਟ ਨਹੀਂ ਹੋ। ਮਈ ਸੈਸ਼ਨ ਵਿੱਚ ਤੁਹਾਨੂੰ ਜੇ ਅਗੇਨ ਸੀਟ ਨਹੀਂ ਮਿਲਦੀ ਪਈ, ਕੰਪਰੋਮਾਈਜ਼ ਤੁਸੀਂ ਕਰ ਰਹੇ ਹੋ, ਜਾਣਾ ਸੀ ਟੋਰਾਂਟੋ, ਜਾ ਰਹੇ ਹੋ ਸਡਬਰੀ, ਜਾਣਾ ਸੀ ਵੈਂਕੂਵਰ ਤੇ ਜਾ ਰਹੇ ਹੋ ਕਿਸੇ ਆਈਲੈਂਡ ਵਿੱਚ ਜਾਂ ਬਹੁਤ ਦੂਰ 400 ਕਿਲੋਮੀਟਰ ਕਿਸੇ ਏਰੀਆ ਵਿੱਚ ਪੜਨ ਜਾ ਰਹੇ ਹੋ, ਤੇ ਇਹ ਤੋਂ ਬੈਟਰ ਇਹ ਹੈ ਕਿ ਜਿਹੜੇ ਏਰੀਆ ਵਿੱਚ ਜਾ ਰਹੇ ਹੋ, ਜਿਹੜੀ ਪੜ੍ਹਾਈ ਕਰਨਾ ਚਾਹੁੰਦੇ ਹੋ, ਉਹਨੂੰ ਹੁਣੀ ਸਪਟੰਬਰ ਵਿੱਚ ਲੈ ਕੇ ਰੱਖ ਲਓ। ਅਪ੍ਰੈਲ ਦੇ ਵਿੱਚ ਫਾਈਲ ਲਗਾਓ, ਮਾਰਚ ਦੇ ਵਿੱਚ ਫਾਈਲ ਲਗਾਓ, 3 ਮਹੀਨੇ ਪਹਿਲੇ ਤੁਸੀਂ ਟਰੈਵਲ ਵੀ ਕਰ ਸਕਦੇ ਹੋ। ਵੈਸੇ ਮੇਰੀ ਸੋਚ, ਪਰਸਨਲ ਸੋਚ ਕੀ ਕਹਿੰਦੀ ਹੈ ਕਿ ਬੱਚੇ ਨੂੰ ਕਦੀ ਵੀ ਇਹ ਨਹੀਂ ਦੇਖਣਾ ਚਾਹੀਦਾ ਕਿ ਮੈਨੂੰ ਕਿਹੜਾ ਕਾਲਜ ਮਿਲਦਾ ਪਿਆ, ਬੱਚੇ ਨੂੰ ਇਹ ਦੇਖਣਾ ਚਾਹੀਦਾ ਕਿ ਮੈਨੂੰ ਕਿਹੜੀ ਪੜ੍ਹਾਈ ਮਿਲਦੀ ਪਈ ਹੈ, ਕਿਹੜੀ ਪੜ੍ਹਾਈ ਤੋਂ ਬਾਅਦ ਜ਼ਿਆਦਾ ਜੌਬਸ ਕੈਨੇਡਾ ਵਿੱਚ ਅਵੇਲੇਬਲ ਹੈ, ਕਿਹੜੀ ਪੜ੍ਹਾਈ ਤੋਂ ਬਾਅਦ ਈਜ਼ੀਲੀ ਜੌਬਸ ਕੈਨੇਡਾ ਵਿੱਚ ਅਵੇਲੇਬਲ ਹੈ, ਤਾਂ ਕਿ ਪੀਆਰ ਮਿਲ ਸਕੇ। ਅੱਜ ਦੀ ਡੇਟ ਵਿੱਚ ਬੱਚੇ ਇਹ ਦੇਖਦੇ ਕਿ ਯਾਰ ਮੇਰਾ ਦੋਸਤ ਜਿਹੜਾ ਹੈਗਾ ਉਹ ਖਾਸ ਵੈਂਕੂਵਰ ਵਿੱਚ ਗਿਆ ਸੀ, ਜੇ ਵੈਂਕੂਵਰ ਜਾਊਂਗਾ ਤਾਂ ਮੈਂ ਈਜ਼ੀ ਸੈੱਟ ਹੋ ਜਾਊਂਗਾ। ਯਾਰ ਤੁਹਾਡਾ ਦੋਸਤ ਹੀ ਸੈੱਟ ਨਹੀਂ ਹੈਗਾ ਤਾਂ ਤੁਹਾਨੂੰ ਕੀ ਸੈੱਟ ਕਰੇਗਾ। ਇਸ ਲਈ ਮੇਰੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਜਿਹਨੂੰ ਪੱਲੇ ਬੰਨ ਲਓ ਕਿ ਸਿਰਫ ਇਹ ਦੇਖੋ ਕਿ ਜਿਹੜੀ ਪੜ੍ਹਾਈ ਤੁਸੀਂ ਇੰਡੀਆ ਵਿੱਚ ਕੀਤੀ ਹੋਈ ਹੈ ਉਹਦੇ ਨਾਲ ਮੈਚ ਕਰਦੀ ਪੜ੍ਹਾਈ ਕੈਨੇਡਾ ਵਿੱਚ ਕਿਹੜੀ ਮਿਲਦੀ ਪਈ ਹੈ। ਨਾਨ ਮੈਡੀਕਲ ਫਿਜ਼ਿਕਸ, ਕੈਮਿਸਟਰੀ, ਮੈਥਸ ਕਰਨ ਤੋਂ ਬਾਅਦ ਜੇ ਤੁਸੀਂ ਬਿਜ਼ਨਸ ਕੋਰਸ ਲਈ ਜਾ ਰਹੇ ਹੋ ਕਿਉਂਕਿ ਤੁਹਾਨੂੰ ਕੋਰਸ ਨਹੀਂ ਮਿਲਦਾ ਪਿਆ ਇੰਜੀਨੀਅਰਿੰਗ ਦਾ, ਤੇ ਉਹ ਤੁਹਾਡੀ ਗਲਤੀ ਹੈ, ਉਹ ਤੁਹਾਡੀ ਭੁੱਲ ਹੈ। ਤੁਹਾਨੂੰ ਵੀਜ਼ੇ ਵਿੱਚ ਵੀ ਪ੍ਰੋਬਲਮ ਆਊਗੀ, ਤੁਹਾਨੂੰ ਉੱਥੇ ਜਾ ਕੇ ਵਰਕ ਪਰਮਿਟ ਔਰ ਪੀਆਰ ਵਿੱਚ ਵੀ ਪ੍ਰੋਬਲਮ ਆਏਗੀ। ਜੀ ਸਰ, ਬਹੁਤ ਇਹੋ ਜਿਹੇ ਵਿਊਜ਼ ਹੈ ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਤੇ ਇਸ ਤੋਂ ਜਿਹੜੇ ਕੁਝ ਨਾ ਕੁਝ ਇਨਫੋਰਮੇਸ਼ਨ ਜ਼ਰੂਰ ਗੇਨ ਕਰਦੇ ਨੇ, ਲੇਕਿਨ ਬਹੁਤ ਅਲੱਗ-ਅਲੱਗ ਸ਼ਹਿਰਾਂ ਦੇ ਅਲੱਗ-ਅਲੱਗ ਜਿਹੜੇ ਪਿੰਡਾਂ ਦੇ ਬੱਚੇ ਨੇ ਜਿਹੜੇ ਮਿਲਣਾ ਚਾਹੁੰਦੇ ਨੇ, ਤੁਹਾਨੂੰ ਮਿਲਣਾ ਚਾਹੁੰਦੇ ਨੇ, ਪਿਰਾਮਿਡ ਈ ਸਰਵਿਸਿਜ਼ ਦੇ ਕੰਸਲਟੈਂਟਸ ਦੇ ਨਾਲ ਗੱਲ ਕਰਨਾ ਚਾਹੁੰਦੇ ਨੇ। ਸੋ ਉਹਨਾਂ ਨੂੰ ਅਵੇਅਰ ਕਰਨ ਲਈ ਉਹਨਾਂ ਨੂੰ ਜਾ ਕੇ ਮਿਲਣ ਦੀ ਤੇ ਕੀ ਕੋਈ ਮੁਹਿੰਮ ਸ਼ੁਰੂ ਕੀਤੀ ਹੈ, ਕੋਈ ਇਦਾਂ ਦੇ ਸੈਮੀਨਾਰਸ ਸੋ ਪਿਰਾਮਿਡ ਈ ਸਰਵਿਸਿਜ਼ ਸਾਲ ਦੇ 2 ਮਹੀਨੇ ਪੂਰੇ ਕੈਨੇਡਾ ਦੀ ਯੂਨੀਵਰਸਿਟੀਜ਼ ਔਰ ਕਾਲਜਿਸ ਨੂੰ ਇਕੱਠੇ ਕਰਦਾ ਹੈ 2 ਵਾਰੀ ਸਾਲ ਦੇ ਵਿੱਚ, 1 ਅਪ੍ਰੈਲ ਦੇ ਵਿੱਚ, 1 ਸਪਟੰਬਰ ਦੇ ਵਿੱਚ। ਸੋ ਇਸ ਸਾਲ ਆਪਾਂ 1 ਅਪ੍ਰੈਲ ਤੋਂ ਲੈ ਕੇ 4 ਅਪ੍ਰੈਲ ਤੱਕ ਇੱਕ ਮੈਗਾ ਕੈਨੇਡੀਅਨ ਐਜੂਕੇਸ਼ਨ ਫੇਅਰ ਅਰੇਂਜ ਕਰਾ ਰਹੇ ਹਾਂ ਜਿੱਥੇ 30 ਤੋਂ ਉੱਪਰ ਸਰਕਾਰੀ ਐਸਪੀਪੀ ਯੂਨੀਵਰਸਿਟੀਜ਼ ਔਰ ਕਾਲਜਿਸ ਇਕੱਠੇ ਹੋਣਗੇ। ਸੋ ਇਸ ਚੀਜ਼ ਨੂੰ ਅੱਗੇ ਫਰਦਰ ਕੰਟੀਨਿਊ ਕਰਦੇ ਹੋਏ ਮਈ ਸੈਸ਼ਨ ਲਈ ਔਰ ਸਪਟੰਬਰ ਦਾ ਆਗਾਜ਼ ਕਰਨ ਲਈ ਫੈਬਰੂਰੀ ਦੇ ਮਹੀਨੇ ਵੀ ਆਪਾਂ ਸੈਮੀਨਾਰ ਆਰਗੇਨਾਈਜ਼ ਕੀਤਾ ਹੈ, ਕੈਨੇਡੀਅਨ ਐਜੂਕੇਸ਼ਨ ਫੇਅਰ, ਕੈਨੇਡਾ ਸਿੱਖਿਆ ਮੇਲਾ। ਬੇਸਿਕਲੀ ਇਹ ਸਿੱਖਿਆ ਮੇਲਾ ਹੈ 2014 ਪਾਸ ਆਊਟ ਬੱਚਿਆਂ ਲਈ, 2015 ਪਾਸ ਆਊਟ ਬੱਚਿਆਂ ਲਈ। ਕਿਉਂਕਿ 2016 ਸਪਟੰਬਰ ਸੈਸ਼ਨ ਲਈ ਜਿਹੜਾ ਅਪ੍ਰੈਲ ਵਿੱਚ ਆਪਾਂ ਸਿੱਖਿਆ ਮੇਲਾ, ਕੈਨੇਡਾ ਸਿੱਖਿਆ ਮੇਲਾ ਕਰਾਉਣ ਜਾ ਰਹੇ ਹਾਂ, ਉਹਦੇ ਵਿੱਚ 2016 ਪਾਸ ਆਊਟ ਵੀ ਪਾਰਟਿਸਿਪੇਟ ਕਰਨਗੇ। ਪਰ ਫੈਬਰੂਰੀ ਦੇ ਮਹੀਨੇ ਕਿਉਂਕਿ ਉਹਨਾਂ ਦੇ ਐਗਜ਼ਾਮੀਨੇਸ਼ਨ ਚੱਲ ਰਹੇ ਹੋਣੇ ਹੈ ਔਰ ਹਜੇ ਉਹ ਪੇਪਰ ਦੇ ਰਹੇ ਹੋਣੇ ਹੈ, ਉਹ ਬੱਚੇ ਪਾਰਟਿਸਿਪੇਟ ਨਹੀਂ ਕਰਨਗੇ ਤੇ 2014 ਔਰ 2015 ਵਾਲਿਆਂ ਨੂੰ ਪਹਿਲ ਮਿਲੇਗੀ। ਸੋ ਜੇ ਤੁਸੀਂ 2014 ਪਾਸ ਆਊਟ ਹੋ, 2015 ਪਾਸ ਆਊਟ ਹੋ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਔਰ USA ਜਾਣਾ ਚਾਹੁੰਦੇ ਹੋ, ਖਾਸ ਕਰ 2014 ਪਾਸ ਆਊਟ, ਤੇ ਆਪਣੀ ਫਾਈਲ ਜੂਨ ਤੋਂ ਪਹਿਲੇ ਅੰਬੈਸੀ ਦੇ ਵਿੱਚ ਭਿਜਵਾ ਦਿਓ ਕਿਉਂਕਿ ਜੂਨ ਤੋਂ ਬਾਅਦ ਹੀ 2016 ਵਾਲੇ ਲਾਈਨ 'ਚ ਲੱਗਣਗੇ। ਜਦੋਂ 2016 ਵਾਲੇ ਲਾਈਨ 'ਚ ਲੱਗ ਗਏ ਤੇ ਤੁਹਾਡੀ ਜਿਹੜੀ ਰੈਂਕਿੰਗ ਹੈ ਉਹ ਨੰਬਰ 3 ਹੋ ਜਾਊਗੀ। ਨੰਬਰ 1 ਰੈਂਕਿੰਗ 2016 ਵਾਲਿਆਂ ਦੀ, ਫਿਰ 2015, ਫਿਰ 2014। ਇਸ ਕਰਕੇ 2014 ਵਾਲੇ ਜੂਨ ਤੋਂ ਪਹਿਲੇ ਫਾਈਲ ਲਗਾਉਣ ਔਰ ਫੈਬਰੂਰੀ ਵਿੱਚ ਜਿਹੜਾ ਹੈ ਐਜੂਕੇਸ਼ਨ ਫੇਅਰ, ਕੈਨੇਡੀਅਨ ਫੋਕਸਡ ਐਜੂਕੇਸ਼ਨ ਫੇਅਰ ਆਪਾਂ ਕਰਾਉਣ ਜਾ ਰਹੇ ਹਾਂ, ਉਹਦੀ ਡਿਟੇਲਸ ਜਿਹੜੀਆਂ ਹੈ ਉਹ ਤੁਸੀਂ ਪੈਨ ਔਰ ਪੇਪਰ ਨਾਲ ਲਿਖਣੀਆਂ ਸ਼ੁਰੂ ਕਰ ਦਿਓ। 17 ਫਰਵਰੀ ਨੂੰ ਕੈਨੇਡੀਅਨ ਐਜੂਕੇਸ਼ਨ ਫੇਅਰ ਹੋ ਰਿਹਾ ਜਲੰਧਰ ਦੇ ਹੋਟਲ ਕਿੰਗਸ ਦੇ ਵਿੱਚ। ਹੋਟਲ ਕਿੰਗਸ ਇੱਕ ਮਸ਼ਹੂਰ ਹੋਟਲ ਹੈ ਜਿੱਥੇ ਆਈਲੈਟਸ ਦੇ ਐਗਜ਼ਾਮੀਨੇਸ਼ਨਸ ਵੀ ਹੁੰਦੇ, GT ਰੋਡ ਤੇ ਹੈ। ਸੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਐਜੂਕੇਸ਼ਨ ਫੇਅਰ ਹੋਏਗਾ। 17 ਫਰਵਰੀ ਹੋਟਲ ਕਿੰਗਸ ਜਲੰਧਰ ਦੇ ਵਿੱਚ। 18 ਫਰਵਰੀ ਮੋਗਾ, ਸਾਡਾ ਫੇਵਰੇਟ ਸ਼ਹਿਰ ਜਿੱਥੋਂ ਸਾਡੇ ਕਾਫੀ ਲਾਇਕ ਬੱਚੇ ਸਾਨੂੰ ਮਿਲਦੇ ਆ ਔਰ ਉਹ ਬਾਹਰ ਕੈਨੇਡਾ ਵਿੱਚ ਜਾਂਦੇ ਆ, ਬ੍ਰਿਟਿਸ਼ ਕੋਲੰਬੀਆ ਏਰੀਆ ਨੂੰ ਪ੍ਰੈਫਰ ਕਰਦੇ ਆ। ਸੋ ਉੱਥੇ 18 ਫਰਵਰੀ ਨੂੰ ਆਪਾਂ ਹੋਟਲ ਆਰਬਿਟ ਕੰਟੀਨੈਂਟਲ ਜੋ ਕਿ ਜ਼ੀਰਾ ਰੋਡ ਤੇ ਹੈ, ਸਿਨੇਮਾ ਹਾਲ ਉਹਨਾਂ ਦਾ ਬਹੁਤ ਵੱਡਾ ਹੈ, ਆਈਲੈਟਸ ਦਾ ਐਗਜ਼ਾਮੀਨੇਸ਼ਨ ਅਗੇਨ ਉੱਥੇ ਹੁੰਦਾ ਹੈ। ਸੋ 18 ਫਰਵਰੀ ਨੂੰ ਹੋਟਲ ਆਰਬਿਟ ਕੰਟੀਨੈਂਟਲ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
19 ਫਰਵਰੀ ਨੂੰ ਹੋਟਲ ਫੋਰਚੂਨ ਕਲਾਸਿਕ 5 ਸਟਾਰਾ ਹੋਟਲ 5 ਸਟਾਰ ਹੋਟਲ ਹੈ ਬੱਸ ਸਟੈਂਡ ਰੋਡ ਤੇ ਲੁਧਿਆਣਾ ਦੇ ਵਿੱਚ ਇੱਥੇ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੋ 19 ਫਰਵਰੀ ਨੂੰ ਲੁਧਿਆਣੇ ਵਿੱਚ ਹੋਟਲ ਫੋਰਚੂਨ ਕਲਾਸਿਕ ਔਰ 20 ਫਰਵਰੀ ਨੂੰ ਚੰਡੀਗੜ੍ਹ ਹੋਟਲ ਅਰੋਮਾ ਸੈਕਟਰ 22C ਵਿੱਚ ਇਹ ਚੰਡੀਗੜ੍ਹ ਦੇ ਹੋਟਲ ਵਿੱਚ ਇਹ ਸੈਮੀਨਾਰ ਕਰਵਾਇਆ ਜਾ ਰਿਹਾ। ਸੋ 17 ਫਰਵਰੀ ਜਲੰਧਰ, 18 ਫਰਵਰੀ ਮੋਗੇ, 19 ਫਰਵਰੀ ਲੁਧਿਆਣੇ ਅਤੇ 20 ਫਰਵਰੀ ਚੰਡੀਗੜ੍ਹ। ਹੁਣ ਪਾਰਟਿਸਿਪੈਂਟਸ ਕੌਣ-ਕੌਣ ਹੈ ਕਿਉਂਕਿ ਜਿਹੜੇ ਬੱਚੇ ਮਈ ਲਈ ਅਪਲਾਈ ਕਰਨਾ ਚਾਹੁੰਦੇ ਆ ਔਰ ਸਪਟੈਂਬਰ ਲਈ ਅਪਲਾਈ ਕਰਨਾ ਚਾਹੁੰਦੇ ਉਹ ਜਾਣਨਾ ਚਾਹੁੰਦੇ ਕਿ ਕਿਹੜੀ-ਕਿਹੜੀ ਯੂਨੀਵਰਸਿਟੀਜ਼ ਨੂੰ ਮਿਲ ਸਕਦੇ ਆ, ਕਾਲਜਸ ਨੂੰ ਮਿਲ ਸਕਦੇ ਆ। ਜ਼ਿਆਦਾਤਰ ਛਵੀ ਦੇ ਜਿਹੜੇ ਕਾਲਜ ਜਿਹੜੇ ਸੈਮੀਨਾਰਸ ਹੁੰਦੇ ਆ ਹੁੰਦਾ ਕੀ ਹੈ ਇੱਕ ਕਾਲਜ ਸੱਦਿਆ ਹੁੰਦਾ ਤੇ 10 ਨਾਮ ਪਾਏ ਹੁੰਦੇ ਆ ਇੱਕ ਕਾਲਜ ਦੇ ਪਿੱਛੇ 9 ਆਪਣੇ ਬੰਦੇ ਬਿਠਾਏ ਹੁੰਦੇ ਆ ਜਾਂ ਇੱਕ ਕਾਲਜ ਵੀ ਨਹੀਂ ਹੁੰਦਾ। ਪਰ ਪਿਰਾਮਿਡ ਈ ਸਰਵਿਸਿਜ਼ ਜਦੋਂ ਵੀ ਸੈਮੀਨਾਰ ਕਰਵਾਉਂਦਾ ਹੈ ਹਮੇਸ਼ਾ ਆਪਣੇ ਬੱਚਿਆਂ ਨਾਲ ਸਟੂਡੈਂਟਸ ਨਾਲ ਇਹ ਵਾਅਦਾ ਕਰਦਾ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਡੈਲੀਗੇਟਸ ਨਾਲ ਆਪਾਂ ਰੂਬਰੂ ਕਰਾਵਾਂਗੇ ਤਾਂ ਕਿ ਤੁਸੀਂ ਆਪਣੇ ਅਕਮੋਡੇਸ਼ਨ ਦੇ ਰਿਲੇਟਡ, ਆਪਣੇ ਪ੍ਰੋਗਰਾਮਸ ਦੇ ਰਿਲੇਟਡ, ਆਪਣੀ ਪੜ੍ਹਾਈ ਦੇ ਰਿਲੇਟਡ, ਆਪਣੇ ਫਿਊਚਰ ਦੇ ਰਿਲੇਟਡ ਉਹਨਾਂ ਨਾਲ ਸਿੱਧੀ ਗੱਲਬਾਤ ਕਰ ਸਕੋ ਵਿੱਚ ਕੋਈ ਵੀ ਇੰਟਰਮੀਡੀਏਟਰ ਨਾ ਹੋਵੇ। ਤੁਸੀਂ ਆਪਣੇ ਦਿਲ ਦੇ ਸਾਰੇ ਕੁਐਸਚਨਸ ਜੋ ਵੀ ਤੁਸੀਂ ਸੋਚਦੇ ਹੋ ਬਾਹਰ ਜਾਣ ਰਿਲੇਟਡ ਸਾਰੇ ਡੈਲੀਗੇਟਸ ਤੋਂ ਪੁੱਛ ਸਕੋ, ਪ੍ਰੈਜੈਂਟੇਸ਼ਨਸ ਦੇਖ ਸਕੋ। ਸੋ ਜਿਹੜੇ ਡੈਲੀਗੇਟਸ ਆ ਰਹੇ ਹੈ ਬਰੈਂਪਟਨ ਦਾ ਮਸ਼ਹੂਰ ਕਾਲਜ ਸ਼ੈਰਡਨ ਕਾਲਜ ਜਿਨ੍ਹਾਂ ਦਾ ਕੈਂਪਸ ਬਰੈਂਪਟਨ, ਮਿਸਿਸਾਗਾ ਔਰ ਓਕਵਿਲ ਵਿੱਚ ਹੈ ਉਹਨਾਂ ਦੇ ਦਾਖਲਾ ਅਧਿਕਾਰੀ ਚੱਲ ਕੇ ਆ ਰਹੇ ਹੈ ਸ਼ੈਰਡਨ ਕਾਲਜ ਤੋਂ। ਸੋ ਇਹ ਜਿਹੜੇ 17, 18, 19, 20 ਨੂੰ ਸੈਮੀਨਾਰ ਹੈ ਸ਼ੈਰਡਨ ਕਾਲਜ ਦੇ ਸਪਟੰਬਰ ਸੈਸ਼ਨ ਦੇ ਦਾਖਲਿਆਂ ਲਈ। ਮਈ ਸੈਸ਼ਨ ਵਿੱਚ ਸ਼ੈਰਡਨ ਕਾਲਜ ਕੋਲ ਕੋਈ ਵੀ ਕੋਰਸ ਨਹੀਂ ਹੈ। ਸੋ ਜੇ ਤੁਸੀਂ ਸ਼ੈਰਡਨ ਕਾਲਜ ਜਾਣਾ ਚਾਹੁੰਦੇ ਹੋ ਸਪਟੰਬਰ ਸੈਸ਼ਨ ਵਿੱਚ ਜਾਣਾ ਚਾਹੁੰਦੇ ਹੋ ਤੇ ਜ਼ਰੂਰ ਇਸ ਸੈਮੀਨਾਰ ਵਿੱਚ ਪਾਰਟਿਸਿਪੇਟ ਕਰੋ। ਇਹ ਤੋਂ ਇਲਾਵਾ ਮੋਹਾਕ ਕਾਲਜ ਜਿਹੜੇ ਆਪਣੇ ਕੋਰਸਿਸ ਲਈ ਜਾਣਿਆ ਜਾਂਦਾ ਹੈ, ਜਿਹੜੇ ਆਪਣੇ ਪੋਸਟ ਗ੍ਰੈਜੂਏਸ਼ਨ ਡਿਪਲੋਮਾਸ ਲਈ ਜਾਣਿਆ ਜਾਂਦਾ ਹੈ, ਹਮਿਲਟਨ ਵਿੱਚ ਇਹ ਕਾਲਜ ਸਿਚੁਏਟਡ ਹੈ। ਹਮਿਲਟਨ ਔਰ ਓਕਵਿਲ ਦੇ ਸ਼ਹਿਰ ਵਿੱਚ ਇਹ ਸਿਚੁਏਟਡ ਹੈ। ਤੋ ਉੱਥੇ ਇਹ ਤੁਸੀਂ ਕਾਲਜ ਵਿੱਚ ਜਾ ਸਕਦੇ ਹੋ। ਮੋਹਾਕ ਕਾਲਜ ਦੇ ਰਿਪਰੈਜ਼ੈਂਟੇਟਿਵ ਵੀ ਮਿਸਟਰ ਗੌਤਮ ਕਲੂਰੀ ਵੀ ਅਵੇਲੇਬਲ ਰਹਿਣਗੇ ਜੋ ਕਿ ਕੈਨੇਡਾ ਤੋਂ ਚੱਲ ਕੇ ਆ ਰਹੇ ਹੈ। ਸੋ ਕੈਨੇਡਾ ਤੋਂ ਮੋਹਾਕ ਕਾਲਜ ਦੇ ਡੈਲੀਗੇਟਸ ਵੀ ਅਵੇਲੇਬਲ ਰਹਿਣਗੇ ਇਹਨਾਂ ਸੈਮੀਨਾਰਸ ਵਾਲੇ ਦਿਨ। ਇਹ ਤੋਂ ਇਲਾਵਾ ਫੈਨਸ਼ੋ ਕਾਲਜ ਦੇ ਰਿਪਰੈਜ਼ੈਂਟੇਟਿਵਸ ਫੈਨਸ਼ੋ ਕਾਲਜ ਦੀ ਖਾਸੀਅਤ ਕੀ ਹੈ ਕਿ ਮਕੈਨੀਕਲ ਇੰਜੀਨੀਅਰਸ ਜਿੰਨੇ ਵੀ ਹੈ ਉਹ 6 ਬੈਂਡ ਤੇ ਵੀ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਲੈ ਸਕਦੇ ਆ 2 ਸਾਲ ਦਾ। ਯੂਜੂਅਲੀ ਪੀਜੀ ਡਿਪਲੋਮਾ ਸਾਲ ਦੇ ਅਵੇਲੇਬਲ ਹੁੰਦੇ ਆ ਔਰ 6.5 ਬੈਂਡ ਰਿਕੁਆਇਰਮੈਂਟ ਹੁੰਦੀ ਹੈ। ਪਰ ਫੈਨਸ਼ੋ ਕਾਲਜ ਵਿੱਚ 6 ਬੈਂਡ ਤੇ ਪੋਸਟ ਗ੍ਰੈਜੂਏਸ਼ਨ ਡਿਪਲੋਮਾਸ ਅਵੇਲੇਬਲ ਹੈ ਜਿਨ੍ਹਾਂ ਬੱਚਿਆਂ ਦੇ 60% ਤੋਂ ਉੱਪਰ ਨੰਬਰ ਹੈ। ਸੋ ਮਕੈਨੀਕਲ ਇੰਜੀਨੀਅਰਸ ਲਈ ਪ੍ਰੈਕਟੀਕਲ ਐਲੀਮੈਂਟਸ ਆਫ ਮਕੈਨੀਕਲ ਇੰਜੀਨੀਅਰਿੰਗ ਦਾ ਪੀਜੀ ਡਿਪਲੋਮਾ ਅਵੇਲੇਬਲ ਹੈ। ਬੀਟੈਕ ਕੰਪਿਊਟਰ ਸਾਇੰਸ ਲਈ, ਬੀਟੈਕ ਆਈਟੀ ਦੇ ਲਈ ਨੈਟਵਰਕਿੰਗ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਅਵੇਲੇਬਲ ਹੈ। ਡੇਟਾ ਸਿਕਿਉਰਿਟੀ ਦਾ ਔਰ ਸੌਫਟਵੇਅਰ ਟੈਸਟਿੰਗ ਦਾ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਅਵੇਲੇਬਲ ਹੈ। ਇਹ ਤੋਂ ਇਲਾਵਾ ਸਿਵਲ ਇੰਜੀਨੀਅਰਸ ਲਈ ਵੀ ਅਵੇਲੇਬਲ ਹੈ ਪ੍ਰੋਜੈਕਟ ਮੈਨੇਜਮੈਂਟ ਵਰਗੇ, ਕੰਸਟਰਕਸ਼ਨ ਪ੍ਰੋਜੈਕਟ ਮੈਨੇਜਮੈਂਟ ਵਰਗੇ ਪ੍ਰੋਗਰਾਮਸ। ਸੋ ਇੰਜੀਨੀਅਰਿੰਗ ਲਈ ਫੈਨਸ਼ੋ ਕਾਲਜ ਕੋਲ 6 ਬੈਂਡ ਤੇ ਪੀਜੀ ਡਿਪਲੋਮਾਸ ਵੀ ਅਵੇਲੇਬਲ ਹੈ ਔਰ ਇਹਨਾਂ ਦੇ ਦਾਖਲਾ ਅਧਿਕਾਰੀ ਵੀ ਇਸ ਸੈਮੀਨਾਰ ਤੇ ਪਾਰਟਿਸਿਪੇਟ ਕਰਨਗੇ। ਇਹ ਤੋਂ ਇਲਾਵਾ ਜਾਰਜੀਅਨ ਕਾਲਜ ਜੋ ਕਿ ਆਪਣੇ ਹਸਪਿਟੈਲਿਟੀ ਪ੍ਰੋਗਰਾਮਸ ਲਈ ਜਾਣਿਆ ਜਾਂਦਾ ਹੈ, ਥੌਮਸਨ ਰਿਵਰ ਯੂਨੀਵਰਸਿਟੀ ਜੋ ਕਿ ਆਪਣੇ MBA ਪ੍ਰੋਗਰਾਮ ਲਈ ਜਾਣੀ ਜਾਂਦੀ ਹੈ। ਇਹਨਾਂ ਕੋਲ MBA ਪ੍ਰੋਗਰਾਮ ਹੈ ਜਿਹਦੇ ਲਈ ਐਕਸਪੀਰੀਅੰਸ ਨਹੀਂ ਚਾਹੀਦਾ, GMAT ਨਹੀਂ ਚਾਹੀਦੀ, ਐਕਸਪੀਰੀਅੰਸ ਨਹੀਂ ਚਾਹੀਦਾ। ਜੇ ਤੁਹਾਡੇ 60% ਤੋਂ ਉੱਪਰ ਨੰਬਰ ਹੈ, 7 ਬੈਂਡ ਹੈ ਤਾਂ ਤੁਸੀਂ ਥੌਮਸਨ ਰਿਵਰ ਯੂਨੀਵਰਸਿਟੀ ਦੇ MBA ਪ੍ਰੋਗਰਾਮ ਵਿੱਚ ਵੀ ਅਪਲਾਈ ਕਰ ਸਕਦੇ ਹੋ। ਨਾਲ ਦੀ ਨਾਲ ਲੰਗਾਰਾ ਕਾਲਜ ਜੋ ਬੱਚੇ ਖਾਸ ਵੈਂਕੂਵਰ ਵਿੱਚ ਜਾਣਾ ਚਾਹੁੰਦੇ ਆ, ਡਾਊਨਟਾਊਨ ਵੈਂਕੂਵਰ ਵਿੱਚ ਜਾਣਾ ਚਾਹੁੰਦੇ ਆ ਜਿੱਥੇ ਆਪਣੀ ਪੰਜਾਬੀ ਕਮਿਊਨਿਟੀ ਰਹਿੰਦੀ ਹੈ ਤੇ ਉਹ ਕਾਲਜ ਵਿੱਚ ਵੀ ਤੁਸੀਂ ਲੰਗਾਰਾ ਕਾਲਜ ਵਿੱਚ ਵੀ ਪਾਰਟਿਸਿਪੇਟ ਕਰ ਸਕਦੇ ਹੋ ਜੋ ਕਿ ਬ੍ਰਿਟਿਸ਼ ਕੋਲੰਬੀਆ ਦਾ ਟੌਪ ਦਾ ਕਾਲਜ ਹੈ ਜਿੱਥੋਂ ਵੱਧ ਤੋਂ ਵੱਧ ਬੱਚੇ UBC, ਸਾਈਮਨ ਫਰੇਜ਼ਰ ਯੂਨੀਵਰਸਿਟੀ ਵਰਗੇ ਕਾਲਜਸ ਔਰ ਯੂਨੀਵਰਸਿਟੀਜ਼ ਵਿੱਚ ਜਾਂਦੇ ਆ। ਨਾਲ ਦੀ ਨਾਲ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਜੋ ਕਿ ਆਪਣੇ ਹਸਪਿਟੈਲਿਟੀ ਪ੍ਰੋਗਰਾਮਸ, BBA ਪ੍ਰੋਗਰਾਮਸ ਔਰ IT ਪ੍ਰੋਗਰਾਮਸ ਲਈ ਜਾਣੀ ਜਾਂਦੀ ਹੈ। ਐਬਟਸਫੋਰਡ ਏਰੀਆ ਵਿੱਚ ਬਿਲੋਂਗ ਕਰਦੀ ਹੈ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ। ਐਬਟਸਫੋਰਡ ਵਿੱਚ ਪੂਰੇ ਕੈਨੇਡਾ, ਇਨਫੈਕਟ ਇੰਡੀਆ ਤੋਂ ਬਾਹਰ ਸਭ ਤੋਂ ਪਹਿਲਾ ਗੁਰਦੁਆਰਾ ਕੈਨੇਡਾ ਦੇ ਵਿੱਚ ਐਬਟਸਫੋਰਡ ਇਲਾਕੇ 'ਚ ਬਣਿਆ ਸੀ। ਸੋ ਐਬਟਸਫੋਰਡ ਤੋਂ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਜਿੱਥੇ ਆਪਣੀ ਕਾਫੀ ਪੰਜਾਬੀ ਕਮਿਊਨਿਟੀ ਸਿਚੁਏਟਡ ਹੈ ਉਹ ਵੀ ਪਾਰਟਿਸਿਪੇਟ ਕਰਨਗੇ। ਨਾਲ ਦੀ ਨਾਲ ਕੈਨੇਡਾ ਦੀਆਂ ਟੌਪ ਦੀਆਂ 2 ਯੂਨੀਵਰਸਿਟੀਜ਼, ਯੂਨੀਵਰਸਿਟੀ ਆਫ ਵਾਟਰਲੂ ਔਰ ਯੂਨੀਵਰਸਿਟੀ ਆਫ ਸਸਕੈਚੁਅਨ, ਇਹ ਯੂਨੀਵਰਸਿਟੀਜ਼ ਵੀ ਪਾਰਟਿਸਿਪੇਟ ਕਰਨਗੀਆਂ। ਜਿਹੜੇ ਬੱਚੇ 2016 ਵਿੱਚ ਆਪਣੀ 12ਵੀਂ ਕੰਪਲੀਟ ਕਰਨ ਜਾ ਰਹੇ ਹੈ ਜਾਂ 2015 ਵਿੱਚ ਆਪਣੀ 12ਵੀਂ ਕੰਪਲੀਟ ਕੀਤੀ ਹੈ ਔਰ 80% ਤੋਂ ਉੱਪਰ ਨੰਬਰ ਹੈ ਉਹ ਵੀ ਬੱਚੇ ਆ ਕੇ ਪਾਰਟਿਸਿਪੇਟ ਕਰ ਸਕਦੇ ਹੈ। ਸਸਕੈਚੁਅਨ ਦੀ ਟੌਪ ਦੀ ਯੂਨੀਵਰਸਿਟੀ ਆਫ ਸਸਕੈਚੁਅਨ ਔਰ ਕੈਨੇਡਾ ਦੀ ਟੌਪ ਦੀ ਯੂਨੀਵਰਸਿਟੀ ਆਫ ਵਾਟਰਲੂ ਜੋ ਕਿ ਇੰਜੀਨੀਅਰਿੰਗ ਵਿੱਚ ਨੰਬਰ 1 ਰੈਂਕ ਕਰਦੀ ਹੈ ਪੂਰੇ ਕੈਨੇਡਾ ਵਿੱਚ ਔਰ ਟੌਪ 100 ਯੂਨੀਵਰਸਿਟੀਜ਼ ਵਿੱਚ ਫਾਲ ਕਰਦੀ ਹੈ ਪੂਰੇ ਵਰਲਡ ਦੇ ਵਿੱਚ। ਸੋ ਯੂਨੀਵਰਸਿਟੀ ਆਫ ਵਾਟਰਲੂ ਔਰ ਯੂਨੀਵਰਸਿਟੀ ਆਫ ਸਸਕੈਚੁਅਨ ਬਹੁਤ ਘੱਟ ਕੰਸਲਟੈਂਟਸ ਇਹਨਾਂ ਯੂਨੀਵਰਸਿਟੀਜ਼ ਦੇ ਰਿਪਰੈਜ਼ੈਂਟ ਕਰਦੇ ਆ। ਪਿਰਾਮਿਡ ਈ ਸਰਵਿਸਿਜ਼ ਜੋ ਕਿ ਪੰਜਾਬ ਦੀ ਮਾਨਤਾ ਪ੍ਰਾਪਤ ਲਾਇਸੈਂਸਡ ਕੰਪਨੀ ਹੈ, ਗਵਰਨਮੈਂਟ ਅਪਰੂਵਡ, ਗਵਰਨਮੈਂਟ ਲਾਇਸੈਂਸਡ ਕੰਪਨੀ ਹੈ, ਉਹ ਸਾਰੀਆਂ ਯੂਨੀਵਰਸਿਟੀਜ਼ ਇਨਵਾਈਟ ਕਰ ਰਹੀ ਹੈ। ਸੋ ਸ਼ੈਰਡਨ ਕਾਲਜ
ਜਾਰਜੀਅਨ ਕਾਲਜ, ਲੰਗਾਰਾ ਕਾਲਜ, ਯੂਨੀਵਰਸਿਟੀ ਆਫ ਫਰੇਜ਼ਰ ਵੈਲੀ, ਮੋਹਾਕ ਕਾਲਜ, ਯੂਨੀਵਰਸਿਟੀ ਆਫ ਵਾਟਰਲੂ, ਯੂਨੀਵਰਸਿਟੀ ਆਫ ਸਸਕੈਚੁਅਨ ਔਰ ਹੋਰ ਕਾਫੀ ਯੂਨੀਵਰਸਿਟੀਜ਼ ਕਾਲਜਸ 17 ਤੋਂ 20 ਫਰਵਰੀ ਨੂੰ ਜਿਹੜਾ ਸੈਮੀਨਾਰ ਕਰਵਾਇਆ ਜਾ ਰਿਹਾ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੈ। ਤੁਸੀਂ ਆਪਣੇ ਡਾਕੂਮੈਂਟਸ 10th 12th ਹਾਈਐਸਟ ਕੁਆਲੀਫਿਕੇਸ਼ਨ, ਪਾਸਪੋਰਟ ਔਰ ਆਈਲੈਟਸ ਲੈ ਕੇ ਤੁਸੀਂ ਪਹੁੰਚ ਸਕਦੇ ਹੋ। ਅਸੈਸਮੈਂਟ ਲਈ ਆ ਸਕਦੇ ਹੋ। ਅਸੈਸਮੈਂਟ ਦੇ ਕੋਈ ਚਾਰजेस ਨਹੀਂ ਹੈ। ਐਪਲੀਕੇਸ਼ਨ ਫੀਸ ਵਿੱਚ ਵੀ ਛੂਟ ਮਿਲੇਗੀ ਔਰ ਕੰਪਨੀ ਦੇ ਵੀ ਮਿਨੀਮਲ ਚਾਰजेस ਰਹਿਣਗੇ ਇਹਨਾਂ ਦਿਨਾਂ ਦੇ ਵਿੱਚ। ਸੋ ਜੇ ਤੁਸੀਂ ਪਾਰਟਿਸਿਪੇਟ ਕਰਦੇ ਹੋ, ਇਹ ਤੁਹਾਡੇ ਨਾਲ ਤਾਂ ਆਪਾਂ ਵਾਅਦਾ ਕਰਦੇ ਹਾਂ ਕਿ ਕਾਲਜਸ ਔਰ ਯੂਨੀਵਰਸਿਟੀਜ਼ ਨੂੰ ਤੁਸੀਂ ਡਾਇਰੈਕਟਲੀ ਮਿਲੋਗੇ, ਆਪਣੀ ਫਿਊਚਰ ਨੂੰ ਲੈ ਕੇ ਸਾਰੇ ਉਹਨਾਂ ਨਾਲ ਕੰਸਰਨ ਸ਼ੇਅਰ ਕਰੋਗੇ, ਨਾਲ ਦੀ ਨਾਲ ਖਰਚੇ ਦੀ ਵੀ ਬਹੁਤ ਬਚਤ ਹੋਏਗੀ ਇਸ ਸੈਮੀਨਾਰ ਦੇ ਵਿੱਚ। ਬਿਲਕੁਲ ਸਰ, ਜਿਵੇਂ ਕਿ ਤੁਸੀਂ ਆਪਣੇ ਜਵਾਬ ਦੇ ਵਿੱਚ ਕਹਿ ਰਹੇ ਸੀਗੇ ਕਿ ਅਲੱਗ-ਅਲੱਗ ਕਾਲਜਸ ਤੇ ਯੂਨੀਵਰਸਿਟੀਜ਼ ਆਣਗੀਆਂ, ਲੇਕਿਨ ਜਿਨ੍ਹਾਂ ਦੇ 60% ਹੈ, 65% ਹੈ, 70% ਹੈ ਵਿਦ 7 ਬੈਂਡਸ, ਸੋ ਦਿਸ ਕਾਈਂਡ ਆਫ ਪਾਰਟਿਸਿਪੈਂਟਸ ਵਿਲ ਬੀ ਐਂਟਰਟੇਨਿੰਗ ਦਿਸ ਕਾਈਂਡ ਆਫ ਸੈਮੀਨਾਰਸ। ਲੇਕਿਨ ਸਟੂਡੈਂਟ ਜਿਨ੍ਹਾਂ ਦੇ 55% ਹੈ, ਕਿਸੇ ਜੋ 58% ਹੈ, ਕੀ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਉਹਨਾਂ ਦਾ ਕੋਈ ਫਿਊਚਰ ਨਹੀਂ ਹੈ ਕੈਨੇਡਾ? ਮੈਂ ਬਿਲਕੁਲ ਇਨਵਾਈਟ ਕਰ ਰਿਹਾ ਜਿਨ੍ਹਾਂ ਦੇ 55% ਤੋਂ ਉੱਪਰ ਹੈ ਔਰ 6 ਬੈਂਡ ਲੈਣ ਦੀ ਸ਼ਮਤਾ ਹੈ। ਸੋ ਜੇ ਤੁਹਾਡੇ ਚੋਂ ਕੋਈ ਵੀ ਤੁਹਾਡੇ ਇਹਨਾਂ ਚੋਂ ਡਾਕੂਮੈਂਟ ਮਿਸਿੰਗ ਹੈ, ਤੁਸੀਂ ਆਈਲੈਟਸ ਨਹੀਂ ਹਜੇ ਕੀਤੀ ਹੈ ਜਾਂ ਤੁਹਾਡਾ 2016 ਦੇ ਵਿੱਚ ਰਿਜ਼ਲਟ ਅਵੇਟਡ ਹੈ, ਤੁਸੀਂ ਡੈਫੀਨਿਟਲੀ ਪਾਰਟਿਸਿਪੇਟ ਕਰ ਸਕਦੇ ਹੋ ਇਸ ਸੈਮੀਨਾਰ ਦੇ ਵਿੱਚ। ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਹੋ, ਸੀਟ ਬੁੱਕ ਕਰਵਾ ਸਕਦੇ ਹੋ। ਔਰ ਜਿਨ੍ਹਾਂ ਦੇ 55% ਤੋਂ ਉੱਪਰ ਹੈ ਉਹ ਕਾਲਜਸ ਵਿੱਚ ਅਪਲਾਈ ਕਰ ਸਕਦੇ ਆ। ਜਿਨ੍ਹਾਂ ਦੇ 60 ਤੋਂ 80% ਦੇ ਵਿੱਚ ਹੈ ਉਹ ਕੈਟਾਗਰੀ 2 ਯੂਨੀਵਰਸਿਟੀਜ਼ ਵਿੱਚ ਅਪਲਾਈ ਕਰ ਸਕਦੇ ਆ। ਔਰ ਜਿਨ੍ਹਾਂ ਦੇ 80% ਤੋਂ ਉੱਪਰ ਹੈ ਉਹ ਕੈਟਾਗਰੀ 1, ਜਿਵੇਂ ਮੈਂ ਦੱਸਿਆ ਯੂਨੀਵਰਸਿਟੀ ਆਫ ਸਸਕੈਚੁਅਨ ਔਰ ਯੂਨੀਵਰਸਿਟੀ ਆਫ ਵਾਟਰਲੂ, ਉਹ ਇਹਨਾਂ ਯੂਨੀਵਰਸਿਟੀਜ਼ ਵਿੱਚ ਵੀ ਅਪਲਾਈ ਕਰ ਸਕਦੇ ਆ। ਸੋ 55% ਐਂਡ ਅਬਵ, ਜੇ ਤੁਹਾਡਾ ਕਦੀ ਵੀ ਕੈਨੇਡਾ ਤੋਂ ਸਟੂਡੈਂਟ ਵੀਜ਼ਾ ਰਿਫਿਊਜ਼ ਨਹੀਂ ਹੋਇਆ ਹੈ ਤੇ ਤੁਸੀਂ 55% ਅਬਵ ਅਪਲਾਈ ਕਰ ਸਕਦੇ ਹੋ। ਜੇ ਇੱਕ ਵਾਰੀ ਰਿਫਿਊਜ਼ਲ ਲੱਗ ਚੁੱਕਾ ਹੈ ਤੇ 65% ਐਂਡ ਅਬਵ, ਜਾਂ ਤੁਹਾਡੇ ਇੱਕ ਮੋਡਿਊਲ ਵਿੱਚ 5 ਬੈਂਡ ਹੈ, ਓਵਰਆਲ 6 ਹੈ ਪਰ ਇੱਕ ਮੋਡਿਊਲ ਵਿੱਚ 5 ਬੈਂਡ ਹੈ, ਉਸ ਕੇਸ ਵਿੱਚ ਵੀ 65% ਐਂਡ ਅਬਵ ਤੁਹਾਡੀ ਰਿਕੁਆਇਰਮੈਂਟ ਰਹੇਗੀ। ਸੋ ਜੇ ਤੁਹਾਡੀ ਇਹ ਰਿਕੁਆਇਰਮੈਂਟ ਸਾਡੀ ਰਿਕੁਆਇਰਮੈਂਟਸ ਨਾਲ ਮੈਚ ਕਰ ਰਹੀ ਹੈ, ਮੈਂ ਇਨਵਾਈਟ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਜਲੰਧਰ, ਲੁਧਿਆਣਾ, ਮੋਗਾ ਤੇ ਚੰਡੀਗੜ੍ਹ ਸਾਡੇ ਆਫਿਸਿਸ ਵਿੱਚ ਰੈਗੂਲਰਲੀ ਵਿਜ਼ਿਟ ਕਰਨ ਲਈ, ਔਰ ਸੈਮੀਨਾਰਸ ਵਿੱਚ 17 ਤਰੀਕ ਨੂੰ ਜਲੰਧਰ, 18 ਤਰੀਕ ਨੂੰ ਮੋਗੇ, 19 ਤਰੀਕ ਨੂੰ ਲੁਧਿਆਣੇ ਤੇ 20 ਤਰੀਕ ਨੂੰ ਚੰਡੀਗੜ੍ਹ ਵਿੱਚ ਇਹਨਾਂ ਯੂਨੀਵਰਸਿਟੀਜ਼ ਦੇ ਦਾਖਲਾ ਅਧਿਕਾਰੀਆਂ ਨੂੰ ਮਿਲ ਕੇ ਆਪਣਾ ਦਾਖਲਾ ਮਈ ਔਰ ਸਤੰਬਰ 2016 ਦੇ ਬੈਚਸ ਵਿੱਚ ਕਰਵਾਉਣ ਲਈ। ਜੀ ਬਿਲਕੁਲ ਦਰਸ਼ਕੋ, ਕਿ ਕੈਨੇਡਾ ਦੇ ਹੁਣ ਜਿਹੜੇ ਸੈਸ਼ਨਸ ਨੇ, ਇਨਟੇਕਸ ਨੇ, ਬਹੁਤ ਆਲਮੋਸਟ ਨੇੜੇ ਹੈ। ਸੋ ਤੁਹਾਨੂੰ ਜਲਦ ਤੋਂ ਜਲਦ ਕਿਸੇ ਡਿਸੀਜਨ ਤੇ ਪਹੁੰਚਣ ਦੀ ਜ਼ਰੂਰਤ ਹੈ। ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਮਾਰਕਸ ਵੀ ਅੱਛੇ ਨੇ, ਆਇਲਸ ਦੇ ਬੈਂਡ ਹੈ ਜਿਹੜੇ ਤੁਸੀਂ ਉਹ ਵੀ ਅੱਛੇ ਅਚੀਵ ਕੀਤੇ ਨੇ, ਜਾਂ ਤੁਹਾਡੇ ਆਇਲਸ ਦਾ ਹਾਲੇ ਐਗਜ਼ਾਮ ਉਹ ਪੈਂਡਿੰਗ ਹੈ, ਤੁਸੀਂ ਕੰਡੀਸ਼ਨਲ ਆਫਰ ਲੈਟਰਸ ਵੀ ਮੰਗਾ ਸਕਦੇ ਹੋ ਮਈ ਇਨਟੇਕ ਜਾਂ ਸੈਪਟੰਬਰ ਇਨਟੇਕ ਵਾਸਤੇ। ਸੋ ਜਲਦ ਤੋਂ ਜਲਦ ਤੁਸੀਂ ਇਹਨਾਂ ਸੈਮੀਨਾਰਸ ਤੇ ਜ਼ਰੂਰ ਵਿਜ਼ਿਟ ਕਰੋ। ਤੁਹਾਨੂੰ ਉੱਥੇ ਜਾ ਕੇ ਕਾਲਜ ਦੇ ਰਿਪਰੈਜ਼ੈਂਟੇਟਿਵ ਨੂੰ ਮਿਲ ਕੇ ਤੁਹਾਨੂੰ ਕਾਫੀ ਕੁਝ ਪਤਾ ਚੱਲੇਗਾ। ਯੂਨੀਵਰਸਿਟੀਜ਼ ਜਾਂ ਕਾਲਜਸ ਨੂੰ ਤੁਸੀਂ ਕੰਪੇਅਰ ਕਰ ਸਕਦੇ ਹੋ, ਫੀਸ ਸਟਰਕਚਰ ਨੂੰ ਕੰਪੇਅਰ ਕਰ ਸਕਦੇ ਹੋ, ਆਪਣੇ ਲਿਵਿੰਗ ਐਕਸਪੈਂਸ ਜਿਹੜੇ ਹੈਗੇ ਤੁਸੀਂ ਟ੍ਰਾਂਸਫਰ ਕਰਵਾਉਣੇ ਨੇ, ਕਿੱਦਾਂ ਟ੍ਰਾਂਸਫਰ ਕਰਵਾਉਣੇ ਨੇ, ਕਿਸ ਥਰੂ ਜਿਹੜੇ ਤੁਹਾਡੇ ਟ੍ਰਾਂਸਫਰ ਹੋਣਗੇ, ਜੇ ਵੀਜ਼ਾ ਤੋਂ ਪਹਿਲੇ ਹੋਣਗੇ, ਫੀਸ ਕਿਸ ਤਰ੍ਹਾਂ ਜਾਏਗੀ, ਕਿੰਨੀ ਫੀਸ ਹੋਏਗੀ, ਸਾਰੀਆਂ ਚੀਜ਼ਾਂ ਜਿਹੜੇ ਵੀ ਤੁਹਾਡੇ ਡਾਊਟਸ ਹੈਗੇ ਨੇ ਇਹਨਾਂ ਸੈਮੀਨਾਰਸ 'ਤੇ ਆ ਕੇ ਜ਼ਰੂਰ ਜਿਹੜੇ ਆ ਉਹ ਕਲੀਅਰ ਹੋਣਗੇ। ਹੁਣ ਜੇ ਮੈਂ ਡੈਡੀਕੇਟਸ ਦੀ ਗੱਲ ਕਰਾਂ ਜਿਹੜੇ ਕਿ ਆ ਰਹੇ ਨੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਕਾਲਜਸ ਤੋਂ ਕੈਨੇਡਾ ਦੇ, ਕੀ ਇਹ ਕੈਨੇਡੀਅਨ ਹੋਣਗੇ ਜਾਂ ਇੰਡੀਅਨ ਏਸ਼ੀਅਨ ਹੋਣਗੇ ਜਿਨ੍ਹਾਂ ਨਾਲ ਸਟੂਡੈਂਟਸ ਈਜ਼ੀਲੀ ਕਮਿਊਨੀਕੇਟ ਕਰ ਸਕਣਗੇ? ਸੋ ਅਗਰ ਕੈਨੇਡੀਅਨ ਵੀ ਹੋਣਗੇ, ਗੋਰੇ ਵੀ ਹੋਣਗੇ, ਤਾਂ ਵੀ ਪਿਰਾਮਿਡ ਈ ਸਰਵਿਸਿਜ਼ ਦਾ ਕੋਈ ਨਾ ਕੋਈ ਰਿਪਰੈਜ਼ੈਂਟੇਟਿਵ ਉਹਨਾਂ ਦੇ ਨਾਲ ਬੈਠੇਗਾ ਤਾਂ ਕਿ ਟਰਾਂਸਲੇਸ਼ਨ ਵਿੱਚ ਹੈਲਪ ਕੀਤੀ ਜਾ ਸਕੇ। ਪਰ ਜ਼ਿਆਦਾਤਰ ਹੁਣ ਕਾਲਜਸ ਔਰ ਯੂਨੀਵਰਸਿਟੀਜ਼ ਨੇ ਇੰਡੀਅਨ ਰਿਪਰੈਜ਼ੈਂਟੇਟਿਵ ਹੀ ਹਾਇਰ ਕੀਤੇ ਹੋਏ ਹੈ, ਜੋ ਚੱਲ ਕੇ ਕੈਨੇਡਾ ਤੋਂ ਆਉਂਦੇ ਹੈ ਪਰ ਹੁੰਦੇ ਇੰਡੀਅਨ ਹੈ, ਕਿਉਂਕਿ ਇੱਕ ਇੰਡੀਅਨ ਹੀ ਇੰਡੀਅਨ ਨੂੰ, ਇੱਕ ਪੰਜਾਬੀ ਹੀ ਪੰਜਾਬੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ ਔਰ ਸਮਝਾ ਸਕਦਾ ਹੈ। ਇਸ ਲਈ ਕਮਿਊਨੀਕੇਸ਼ਨ ਪੱਖੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਪਿਰਾਮਿਡ ਦੇ ਐਕਸਪਰਟਸ ਤੁਹਾਡੇ ਨਾਲ ਬੈਠਣਗੇ ਤਾਂ ਕਿ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਝਿਜਕ ਨਾ ਰਵੇ, ਤੁਸੀਂ ਖੁੱਲ੍ਹ ਕੇ ਆਪਣੇ ਸਵਾਲ ਜਵਾਬ ਕਰ ਸਕੋ। ਔਰ ਜ਼ਿੰਦਗੀ ਵਿੱਚ ਇੱਕ ਮੇਰੀ ਟਿਪ ਯਾਦ ਰੱਖ ਲਓ, ਜੇ ਕਾਮਯਾਬ ਹੋਣਾ ਚਾਹੁੰਦੇ ਹੋ ਤੇ ਖੁੱਲ੍ਹ ਕੇ ਗੱਲ ਪੁੱਛੋ, ਤੁਹਾਨੂੰ ਕੋਈ ਕਦੀ ਕੁਝ ਨਹੀਂ ਕਹੇਗਾ, ਅਨਲੈਸ ਅੰਟਿਲ ਅਗਲੇ ਦੀ ਬੇਇੱਜ਼ਤੀ ਨਾ ਕਰੋ ਜਾਂ ਬੇਇੱਜ਼ਤੀ ਆਪਣੀ ਨਾ ਕਰਵਾਓ। ਇਸ ਲਈ ਹਮੇਸ਼ਾ ਯਾਦ ਰੱਖੋ, ਜੋ ਤੁਹਾਡੇ ਦਿਮਾਗ ਦੇ ਵਿੱਚ ਡਾਊਟ ਹੈ, ਕੁਐਸਚਨ ਹੈ, ਪ੍ਰਸ਼ਨ ਹੈ, ਆਲਵੇਜ਼ ਆਸਕ ਫਰੋਮ ਦਾ ਅਦਰ ਪਰਸਨ। ਖਾਸ ਕਰ ਜਦੋਂ ਸਵਾਲ ਹੋਵੇ ਤੁਹਾਡੇ ਕਰੀਅਰ ਦਾ, ਜਦੋਂ ਸਵਾਲ ਹੋਵੇ ਐਜੂਕੇਸ਼ਨ ਦਾ, ਤੇ ਕਿਸੇ ਪ੍ਰਕਾਰ ਦਾ ਕੋਈ ਵੀ ਸ਼ੰਕਾ ਦਿਮਾਗ 'ਚ ਨਹੀਂ ਹੋਣੀ ਚਾਹੀਦੀ। ਪੈਸੇ ਕਿੰਨੇ ਲੱਗਣੇ ਹੈ, ਇਹ ਪੜ੍ਹਾਈ ਦਾ ਫਾਇਦਾ ਕਿੰਨਾ ਹੋਏਗਾ, ਇਸ ਪੜ੍ਹਾਈ ਦੇ ਰਿਲੇਟਡ ਕਿਹੜੀਆਂ ਜੌਬਸ ਕੈਨੇਡਾ ਦੇ ਲਈ ਵਿੱਚ ਅਵੇਲੇਬਲ ਹੈ, ਕਿੰਨੇ ਡਾਲਰ ਮੈਂ 1 ਘੰਟੇ ਦੇ ਕਮਾ ਸਕਦਾ ਹਾਂ ਇਸ ਪੜ੍ਹਾਈ ਕਰਨ ਤੋਂ ਬਾਅਦ, ਪਾਰਟ ਟਾਈਮ ਕਿਹੋ ਜਿਹੀਆਂ ਜੌਬਸ ਅਵੇਲੇਬਲ ਹੈ, ਵੈਦਰ ਕਿਹੋ ਜਿਹਾ ਰਹੇਗਾ ਕੈਨੇਡਾ ਦੇ ਵਿੱਚ ਜਦੋਂ ਮੈਂ ਪਹੁੰਚੂੰਗਾ, ਕਿਹੋ ਜਿਹੇ ਕੱਪੜੇ ਲੈ ਕੇ ਜਾਣ ਦੀ ਲੋੜ ਹੈ,
ਕਿੰਨੇ ਕੇਜੀਜ਼ ਮੈਨੂੰ ਅਲਾਊਡ ਰਹਿਣਗੇ, ਇਹ ਸਾਰਾ ਕੁਝ ਪਿਰਾਮਿਡ ਈ ਸਰਵਿਸ ਦੇ ਰਿਪਰੈਜ਼ੈਂਟੇਟਿਵਸ ਵੀ ਤੁਹਾਨੂੰ ਆਨਸਰ ਕਰਨਗੇ। ਕਾਲਜਸ ਦੇ ਦਾਖਲਾ ਅਧਾਰਕ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਜਵਾਬ ਦੇਣਗੇ, ਕਿਉਂਕਿ ਉਹ ਟ੍ਰੇਨਡ ਹੈ, ਉਹਨਾਂ ਨੂੰ ਕਾਲਜਸ ਨੇ ਟ੍ਰੇਨ ਕੀਤਾ ਹੋਇਆ ਹੈ ਔਰ ਉਹਨਾਂ ਨੇ ਟ੍ਰੇਨ ਕੀਤਾ ਹੋਇਆ ਹੈ ਪਿਰਾਮਿਡ ਦੇ ਸਟਾਫ ਨੂੰ, ਉਹਨਾਂ ਨੇ ਟ੍ਰੇਨ ਕੀਤਾ ਹੋਇਆ ਪਿਰਾਮਿਡ ਦੇ ਜਿੰਨੇ ਵੀ ਵੀਜ਼ਾ ਕਾਉਂਸਲਰਸ ਹੈ, ਤਾਂ ਕਿ ਇਹਨਾਂ ਦੇ ਸਵਾਲ ਉਹਨਾਂ ਦੀ ਐਬਸੈਂਸ ਵਿੱਚ ਤੁਹਾਨੂੰ ਉਹ ਹਰ ਰੋਜ਼ ਦੇ ਸਕਣ, ਫੋਨ ਤੇ ਦੇ ਸਕਣ, ਫੇਸ ਟੂ ਫੇਸ ਦੇ ਸਕਣ। ਜੀ ਬਿਲਕੁਲ ਦਰਸ਼ਕ, ਤੇ ਅਸੀਂ ਕੈਨੇਡਾ ਦੀ ਗੱਲ ਕੀਤੀ, ਕਾਫੀ ਡਾਊਟਸ ਨੇ ਸਟੂਡੈਂਟਸ ਦੇ ਮਨ ਦੇ ਵਿੱਚ ਕੈਨੇਡਾ ਨੂੰ ਲੈ ਕੇ, ਲੇਕਿਨ ਉਹਨਾਂ ਡਾਊਟਸ ਦੇ ਲਈ ਪਿਰਾਮਿਡ ਈ ਸਰਵਿਸਿਜ਼ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਅਪ੍ਰੈਲ ਦੇ ਵਿੱਚ ਸੈਮੀਨਾਰਸ ਕੰਡਕਟ ਕਰਵਾ ਰਿਹਾ, ਕੈਨੇਡੀਅਨ ਐਜੂਕੇਸ਼ਨ ਫੇਅਰ ਕੰਡਕਟ ਕਰਵਾ ਰਿਹਾ। ਤੁਸੀਂ ਇੱਥੇ ਆ ਕੇ ਆਪਣੇ ਸਾਰੇ ਡਾਊਟਸ ਆ ਜਿਹੜੇ ਉਹ ਕਲੀਅਰ ਕਰ ਸਕਦੇ ਹੋ ਕਮਿੰਗ ਇਨਟੇਕਸ ਦੇ ਲਈ। ਸੋ ਇਹਦੇ ਅਸੀਂ ਕੈਨੇਡਾ ਦੀ ਗੱਲ ਕੀਤੀ, ਵੈਸੇ ਹੋਰ ਵੀ ਬਹੁਤ ਇੱਦਾਂ ਦੀ ਕੰਟਰੀਜ਼ ਹੈਗੀਆਂ ਜਿੱਥੇ ਸਟੂਡੈਂਟ ਜਾਣਾ ਚਾਹੁੰਦੇ ਨੇ, ਕਿਉਂਕਿ ਸਾਰੇ ਸਟੂਡੈਂਟ ਜਿਹੜੇ ਹੈਗੇ ਹਰ ਤਰ੍ਹਾਂ ਦਾ ਪ੍ਰੋਫਾਈਲ ਕੈਨੇਡਾ ਦੇ ਕ੍ਰਾਈਟੇਰੀਆ ਨੂੰ ਮੀਟ ਨਹੀਂ ਕਰਦਾ। ਸੋ ਉਹਨਾਂ ਲਈ ਨਿਊਜ਼ੀਲੈਂਡ ਵੀ ਕਾਫੀ ਅੱਛਾ ਆਪਸ਼ਨ ਹੈਗਾ ਆ ਤੇ ਆਸਟ੍ਰੇਲੀਆ ਕਾਫੀ ਅੱਛਾ ਆਪਸ਼ਨ ਹੈਗਾ। ਸੋ ਮੈਂ ਨਿਊਜ਼ੀਲੈਂਡ ਬਾਰੇ ਜ਼ਰੂਰ ਗੱਲ ਕਰਨਾ ਚਾਹਾਂਗੀ, ਜਦੋਂ ਦੇ ਰੂਲਸ ਐਂਡ ਰੈਗੂਲੇਸ਼ਨ ਕਾਫੀ ਹੱਦ ਤੱਕ ਚੇਂਜ ਹੋ ਚੁੱਕੇ ਨੇ। ਫਿਲਹਾਲ ਹੁਣ ਨਿਊਜ਼ੀਲੈਂਡ ਦਾ ਕਿਸ ਤਰ੍ਹਾਂ ਦਾ ਸਕਸੈਸ ਰੇਟ ਸਾਹਮਣੇ ਆਇਆ ਹੌਲੀ ਹੌਲੀ? ਦੇਖੋ, ਨਿਊਜ਼ੀਲੈਂਡ ਵਿੱਚ ਜਿਹੜੀ ਉਹ ਡਰਟ ਸੀ, ਜਿਹੜੀ ਉਹ ਡਸਟ ਸੀ, ਜਿਹੜੀ ਮਿੱਠੀ ਉੜੀ ਸੀ, ਉਹ ਹੁਣ ਹੌਲੀ ਹੌਲੀ ਬੈਠਣੀ ਸ਼ੁਰੂ ਹੋ ਗਈ ਹੈ ਵਿਦਆਊਟ ਆਇਲਟਸ ਦੀ। ਇੰਨੀਆਂ ਐਪਲੀਕੇਸ਼ਨਸ ਲੱਗੀਆਂ, ਮੇਰੇ ਖਿਆਲ ਪਹਿਲੀ ਵਾਰੀ ਇਦਾਂ ਹੋਇਆ ਹੋਊਗਾ ਛਵੀ ਜੀ, 2015 ਦੇ ਆંકੜੇ ਬਾਹਰ ਆ ਚੁੱਕੇ ਹੈ। ਪਹਿਲੀ ਵਾਰੀ ਇਦਾਂ ਹੋਇਆ ਹੋਊਗਾ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਇੰਡੀਆ ਦੇ ਵਿੱਚ ਸਿਰਫ 49% ਵੀਜ਼ਾ ਅਪਰੂਵਲ ਦਿੱਤਾ ਹੈ, ਲਗਭਗ 50% ਵੀਜ਼ੇ ਅਪਰੂਵ ਕੀਤੇ ਹੈ। ਕਦੀ ਵੀ ਅੱਜ ਤੱਕ ਨਿਊਜ਼ੀਲੈਂਡ ਦੀ ਹਿਸਟਰੀ ਵਿੱਚ ਇਦਾਂ ਨਹੀਂ ਹੋਇਆ ਸੀ। 2014 ਵਿੱਚ ਰਫਲੀ 60% ਅਪਰੂਵਲ ਰੇਟ ਸੀ, ਹੁਣ 11% ਘਟ ਗਿਆ। ਇਨਫੈਕਟ ਸਭ ਤੋਂ ਲੋਐਸਟ ਅਪਰੂਵਲ ਰੇਟ ਇੰਡੀਆ ਦਾ ਰਿਹਾ ਹੈ। ਇਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਯੋਗਦਾਨ ਰਿਹਾ ਹੈ ਰਿਫਿਊਜ਼ਲਸ ਪਿੱਛੇ, ਉਹ ਏਜੰਟਸ ਦਾ ਹੀ ਰਿਹਾ। ਕਿਉਂ? ਵਿਦਆਊਟ ਆਇਲਟਸ ਜਦੋਂ ਆਇਆ ਮੌਕਾ ਤੇ ਇੰਨੀਆਂ ਕੁ ਐਡਾਂ ਕੀਤੀਆਂ, ਇੰਨੇ ਕੁ ਲੋਕਾਂ ਨੂੰ ਇਨਫੋਰਮ ਕੀਤਾ ਕਿ ਹਰ ਬੱਚਾ ਜਿਹੜਾ ਸੋਚਦਾ ਸੀ ਕਿ ਆਪਾਂ ਹਿੰਦੁਸਤਾਨ 'ਚ ਪੜ੍ਹਾਈ ਕਰਾਂਗੇ, ਜਾਂ ਜਿਹੜਾ ਕਾਬਿਲ ਵੀ ਨਹੀਂ ਸੀ ਬਾਹਰ ਜਾਣ ਦੇ, ਜਾਂ ਜਿਹੜਾ ਕਦੀ ਸੋਚਦਾ ਵੀ ਨਹੀਂ ਸੀ, ਉਹ ਪ੍ਰਭਾਵਿਤ ਹੋ ਗਿਆ ਇੱਦਾਂ ਦੀਆਂ ਮਨ ਲੁਭਾਵਣੀਆਂ ਐਡਾਂ ਦੇਖ ਦੇਖ ਕੇ, ਔਰ ਉਹਨੇ ਅਪਲਾਈ ਕਰਤਾ। ਅਲਟੀਮੇਟਲੀ ਨਾ ਉਹਦੇ ਕੋਲ ਫੰਡ ਸੀ, ਨਾ ਉਹ ਇੰਗਲਿਸ਼ ਬੋਲ ਸਕਦਾ ਸੀ, ਔਰ ਅਲਟੀਮੇਟ ਹੋਇਆ ਕਿ ਉਹ ਬੱਚਾ ਰਿਫਿਊਜ਼ ਹੋ ਗਿਆ, ਜਿਸ ਕਰਕੇ ਆਪਣਾ ਵੀਜ਼ਾ ਰਿਫਿਊਜ਼ਲ ਰੇਟ ਕਾਫੀ ਉੱਪਰ ਚਲਾ ਗਿਆ, ਸਕਸੈਸ ਰੇਟ ਥੱਲੇ ਆ ਗਿਆ। ਪਰ ਹੁਣ ਇਹ ਚੀਜ਼ ਕਰੈਕਟ ਹੋ ਰਹੀ ਹੈ, ਔਰ ਉਹ ਹੁਣ ਅਲਟੀਮੇਟਲੀ ਆਇਲਟਸ ਮੈਂਡੇਟਰੀ ਕਰ ਦਿੱਤੀ ਗਈ ਹੈ। ਵੀਜ਼ਾ ਆਫਿਸਰਸ ਨੂੰ ਵੀ ਹੈ ਕਿ ਚੰਗੀ ਕੁਆਲਿਟੀ ਦੇ ਸਟੂਡੈਂਟਸ ਲੈ ਕੇ ਜਾਣੇ ਹੈ, ਜਿਹੜੀ ਨਿਊਜ਼ੀਲੈਂਡ ਦੀ ਇਕੋਨਮੀ ਨੂੰ ਬੂਸਟ ਕਰਨ, ਨਿਊਜ਼ੀਲੈਂਡ ਦੀ ਇਕੋਨਮੀ ਵਿੱਚ ਕੰਟਰੀਬਿਊਟ ਕਰਨ। ਦੇਖੋ, ਆਪਾਂ ਘਰ ਵਿੱਚ ਕੋਈ ਵੀ ਜਦੋਂ ਨਵਾਂ ਮੈਂਬਰ ਵਾੜਦੇ ਹਾਂ ਤੇ ਇਹੀ ਸੋਚਦੇ ਹਾਂ ਕਿ ਸਾਡੇ ਪਰਿਵਾਰ ਦਾ ਆ ਕੇ ਵਾਧਾ ਕਰੇਗਾ। ਆਪਾਂ ਕਦੀ ਵੀ ਆਪਣੇ ਪਰਿਵਾਰ ਵਿੱਚ ਇਹੋ ਜਿਹਾ ਮੈਂਬਰ ਨਹੀਂ ਵਾੜਾਂਗੇ, ਚਾਹੇ ਉਹ ਘਰ 'ਚ ਕੰਮ ਕਰਨ ਵਾਲਾ ਹੀ ਕਿਉਂ ਨਾ ਹੋਵੇ, ਜਿੱਥੋਂ ਸਾਨੂੰ ਡਰ ਲੱਗਦਾ ਹੋਵੇ। ਸੋ ਅਲਟੀਮੇਟਲੀ ਉਹ ਵੀ ਆਪਣੀ ਕੰਟਰੀ ਵਿੱਚ ਕਿਉਂ ਇਹੋ ਜਿਹਾ ਕੋਈ ਮੈਂਬਰ ਵਾੜਨਗੇ ਜਿੱਥੋਂ ਉਹਨਾਂ ਨੂੰ ਖਤਰਾ ਹੋਵੇ, ਜਿੱਥੋਂ ਉਹਨਾਂ ਨੂੰ ਕ੍ਰਾਈਮ ਦਾ ਖਤਰਾ ਹੋਵੇ, ਜਿੱਥੋਂ ਉਹਨਾਂ ਨੂੰ ਟੈਰਰਿਜ਼ਮ ਦਾ ਖਤਰਾ ਹੋਵੇ, ਜਿੱਥੋਂ ਉਹਨਾਂ ਨੂੰ ਡਰੱਗਸ ਦਾ ਖਤਰਾ ਹੋਵੇ। ਬੱਚੇ ਉਹਨਾਂ ਨੂੰ ਉਹ ਚਾਹੀਦੇ ਜਿਹੜੇ ਉੱਥੇ ਪੜ੍ਹਨ ਤੋਂ ਬਾਅਦ ਚੰਗੀ ਜੌਬਸ ਕਰਨ, ਚੰਗੀਆਂ ਜੌਬਸ ਤੋਂ ਬਾਅਦ PR ਲੈ ਕੇ ਉੱਥੋਂ ਵਿੱਚ ਇਨਕਮ ਟੈਕਸ ਪੇਈ ਬਣਨ। ਇਹੋ ਜਿਹੇ ਬੱਚੇ ਨਹੀਂ ਚਾਹੀਦੇ ਜਿਹੜੇ ਸਿਰਫ ਟਰੱਕ ਟਰਾਲੇ ਚਲਾਉਣ ਔਰ ਇਨਕਮ ਟੈਕਸ ਵੀ ਨਾ ਦੇਣ ਔਰ ਜੇਬਾਂ 'ਚ ਪੈਸੇ ਪਾਉਣ, ਜਾਂ ਗਲਤ ਕੰਮਾਂ ਵਿੱਚ ਇਨਵੋਲਵ ਹੋ ਕੇ ਉੱਥੇ ਜ਼ਿਆਦਾ ਪੁਲਿਸ ਔਰ ਲਾਅ ਕੇਸਿਸ ਵਿੱਚ ਇਨਵੋਲਵ ਹੋ ਜਾਣ। ਇਸ ਕਰਕੇ ਮੈਂ ਅਪੀਲ ਕਰਦਾ ਕਿ ਨਿਊਜ਼ੀਲੈਂਡ ਇੱਕ ਬਹੁਤ ਅੱਛੀ ਡੈਸਟੀਨੇਸ਼ਨ ਹੈ। ਨਿਊਜ਼ੀਲੈਂਡ ਵਿੱਚ ਜਾਣਾ ਬਿਲੀਵ ਮੀ ਇੱਕ ਸੁਪਨਾ ਹੈ। ਨਿਊਜ਼ੀਲੈਂਡ ਵਿੱਚ ਸਟੂਡੈਂਟ ਵੀਜ਼ਾ ਤੁਹਾਨੂੰ ਮਿਲਦਾ ਹੈ, ਇੱਕ ਸੁਪਨੇ ਤੋਂ ਘੱਟ ਨਹੀਂ ਹੈ। ਔਰ ਜੇ ਤੁਸੀਂ ਨਿਊਜ਼ੀਲੈਂਡ ਵਿੱਚ ਜਾਂਦੇ ਹੋ, ਮੈਂ ਵਿਸ਼ਵਾਸ ਨਾਲ ਤੁਹਾਨੂੰ ਇਹ ਗੱਲ ਕਹਿ ਸਕਦਾ ਹਾਂ ਕਿ ਚੰਗਾ ਮੌਸਮ ਮਿਲੇਗਾ, ਚੰਗੇ ਲੋਕ ਮਿਲਣਗੇ, ਬਹੁਤ ਚੰਗੀ ਨੀਅਤ ਵਾਲੇ ਲੋਕ ਮਿਲਣਗੇ। ਕਦੀ ਤੁਸੀਂ ਸੁਣਿਆ ਨਹੀਂ ਹੋਏਗਾ ਕਿ ਨਿਊਜ਼ੀਲੈਂਡ ਵਿੱਚ ਕਿਸੇ ਨੇ ਰੇਸ਼ਲ ਅਟੈਕ ਕੀਤਾ, ਡਿਸਕ੍ਰਿਮੀਨੇਸ਼ਨ ਹੋਈ, ਮਾਰਿਆ ਪੰਜਾਬੀ ਨੂੰ, ਪੰਜਾਬੀਆਂ ਦੇ ਬਾਰੇ ਕੋਈ ਗੱਲ ਕੀਤੀ, ਪੱਗ ਬਾਰੇ ਬੋਲੇ, ਸਰਦਾਰਾਂ ਬਾਰੇ ਬੋਲੇ। ਕਦੀ ਵੀ ਤੁਸੀਂ ਸੁਣਿਆ ਨਹੀਂ ਹੋਊਗਾ ਨਿਊਜ਼ੀਲੈਂਡ ਵਿੱਚ, ਨਾ ਹੀ ਕੈਨੇਡਾ ਦੇ ਵਿੱਚ, ਕਿਉਂਕਿ ਲੋਕ ਚੰਗੇ ਹੈ, इमिग्रेंट्स हैं और लोग चंगे हैं। इसलिए इकोनॉमी चंगी है, लोग चंगे है, इंफ्रास्ट्रक्चर चंगा है, रिसोर्सिस चंगे है, तो क्यों ना ਆਪਾਂ ਨਿਊਜ਼ੀਲੈਂਡ ਨੂੰ ਪ੍ਰੈਫਰ ਕਰੀਏ। ਰਿਕੁਆਇਰਮੈਂਟਸ ਦੀ ਆਪਾਂ ਜਦੋਂ ਤੱਕ ਗੱਲ ਇੱਕ ਵਾਰੀ ਸਮਝਣ ਦੀ ਕੋਸ਼ਿਸ਼ ਕਰੀਏ, ਜੇ ਤੁਸੀਂ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਵਿੱਚ ਜਾਣਾ ਚਾਹੁੰਦੇ ਹੋ, 2014 ਔਰ 2015 ਤੁਸੀਂ ਪਾਸ ਆਊਟ ਹੋਣੇ ਚਾਹੀਦੇ ਹੋ। ਘੱਟ ਤੋਂ ਘੱਟ 12ਵੀਂ ਪਾਸ ਬੱਚੇ ਨੂੰ 5.5 ਬੈਂਡ ਚਾਹੀਦੇ, ਈਚ ਮੋਡਿਊਲ 5, ਔਰ ਗ੍ਰੈਜੂਏਟ ਵਿਦਿਆਰਥੀ ਨੂੰ ਓਵਰਆਲ 6 ਬੈਂਡ ਚਾਹੀਦੇ। ਇੱਕ ਵਿੱਚ ਅਗਰ 5 ਆਇਆ ਤਾਂ ਵੀ ਐਕਸੈਪਟੇਬਲ ਹੋ ਜਾਏਗਾ ਇੱਕ ਛੋਟੇ ਜਿਹੇ ਟੈਸਟ ਤੋਂ ਬਾਅਦ। 12ਵੀਂ ਪਾਸ ਬੱਚੇ ਜਾਂ 13ਵੀਂ ਪਾਸ ਬੱਚੇ ਨੂੰ 2 ਸਾਲ ਦੀ ਪੜ੍ਹਾਈ ਕਰਨੀ ਪਏਗੀ, ਚਾਹੇ ਉਹ ਲੈਵਲ 5 ਤੋਂ ਲੈਵਲ 6 ਹੈ, ਚਾਹੇ ਲੈਵਲ 5 ਤੋਂ ਲੈਵਲ 7 ਹੈ। ਦੋਨੋਂ ਕੇਸਿਸ ਵਿੱਚ ਪਿਰਾਮਿਡ ਤੁਹਾਡੀ ਸਹਾਇਤਾ ਕਰ ਸਕਦਾ ਹੈ। ਪਿਰਾਮਿਡ ਈ ਸਰਵਿਸਿਜ਼ ਤੁਹਾਨੂੰ ਇੱਕ ਵਾਈਡ ਵੈਰਾਈਟੀ ਆਫ ਕਾਲਜਸ ਔਰ ਯੂਨੀਵਰਸਿਟੀਜ਼ ਦਿੰਦਾ ਹੈ,
ਜਿੱਥੋਂ ਤੁਸੀਂ ਚੂਜ਼ ਕਰ ਸਕਦੇ ਹੋ ਪ੍ਰਾਈਵੇਟ ਕਾਲਜਸ, ਗਵਰਨਮੈਂਟ ਯੂਨੀਵਰਸਿਟੀਜ਼, ਜਿੱਦਾਂ ਦੇ ਵੀ ਤੁਹਾਡੇ ਫੰਡਸ ਹੈ, ਜਿੱਦਾਂ ਦੇ ਵੀ ਤੁਹਾਡੇ ਤੁਹਾਡਾ ਪੜ੍ਹਾਈ ਕਰਨ ਦਾ ਮਨ ਹੈ, ਉੱਦਾਂ ਦੀ ਯੂਨੀਵਰਸਿਟੀ ਔਰ ਇੰਸਟੀਚਿਊਟ ਤੁਹਾਨੂੰ ਪਿਰਾਮਿਡ ਈ ਸਰਵਿਸਿਜ਼ ਚੂਜ਼ ਕਰਨ ਵਿੱਚ ਹੈਲਪ ਕਰੇਗਾ। ਚਾਹੇ ਪ੍ਰਾਈਵੇਟ ਚੂਜ਼ ਕਰੋ, ਚਾਹੇ ਗਵਰਨਮੈਂਟ ਚੂਜ਼ ਕਰੋ, ਵਰਕ ਪਰਮਿਟ ਪॉलिसी, PR पॉलिसी ਬਿਲਕੁਲ ਸੇਮ ਹੈ, ਕੋਈ ਵੀ ਫਰਕ ਨਹੀਂ ਹੈ। ਪਰ ਹਾਂ, ਗਵਰਨਮੈਂਟ ਚੂਜ਼ ਕਰਨ ਨਾਲ ਚੰਗੀ ਤਾਲੀਮ ਤੁਸੀਂ ਹਾਸਲ ਕਰ ਸਕਦੇ ਹੋ, ਚੰਗੀਆਂ ਨੌਕਰੀਆਂ ਤੁਹਾਨੂੰ ਮਿਲ ਸਕਦੀਆਂ ਹੈ, ਜਿਸ ਕਰਕੇ PR ਸੌਖੀ ਰਹੇਗੀ। ਗ੍ਰੈਜੂਏਟ ਸਟੂਡੈਂਟਸ ਨੂੰ ਸਿਰਫ 1 ਸਾਲ ਦੀ ਪੜ੍ਹਾਈ ਕਰਨੀ ਪਏਗੀ ਔਰ 1 ਸਾਲ ਦੀ ਪੜ੍ਹਾਈ ਤੋਂ ਬਾਅਦ ਉਹ ਜੌਬ ਸਰਚ ਵੀਜ਼ਾ ਔਰ ਪੋਸਟ ਜੌਬ ਆਪਣਾ ਵਰਕ ਅਪਲਾਈ ਕਰ ਸਕਦੇ ਹੈ, PR ਅਪਲਾਈ ਕਰ ਸਕਦੇ ਹੈ। ਨਾਲ ਦੀ ਨਾਲ ਪੋਸਟ ਗ੍ਰੈਜੂਏਸ਼ਨ ਡਿਪਲੋਮਾਸ, MBA, ਮਾਸਟਰਸ ਐਪਲੀਕੇਸ਼ਨਸ ਵੀ ਪਿਰਾਮਿਡ ਈ ਸਰਵਿਸਿਜ਼ ਇਨਵਾਈਟ ਕਰ ਰਿਹਾ ਹੈ, ਸਰਕਾਰੀ ਕਾਲਜਸ ਵਿੱਚ, ਪ੍ਰਾਈਵੇਟ ਕਾਲਜਸ ਵਿੱਚ ਔਰ ਸਰਕਾਰੀ ਔਰ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚ। ਇਹ ਸਾਰੀਆਂ ਆਪਸ਼ਨਸ ਪਿਰਾਮਿਡ ਈ ਸਰਵਿਸਿਜ਼ ਰਾਹੀਂ ਤੁਸੀਂ ਨਿਊਜ਼ੀਲੈਂਡ ਵਿੱਚ ਅਪਲਾਈ ਕਰ ਸਕਦੇ ਹੋ। ਪਿਰਾਮਿਡ ਹੀ ਕਿਉਂ ਨਿਊਜ਼ੀਲੈਂਡ ਲਈ? ਕਿਉਂਕਿ ਪਿਰਾਮਿਡ ਐਜੂਕੇਸ਼ਨ ਨਿਊਜ਼ੀਲੈਂਡ ਟ੍ਰੇਨਡ ਏਜੰਟ ਹੈ। ਪਿਰਾਮਿਡ ਈ ਸਰਵਿਸਿਜ਼ ਗਵਰਨਮੈਂਟ ਦਾ ਇੱਕ ਲਾਇਸੈਂਸਡ ਕੰਸਲਟੈਂਟ ਹੈ, ਜਿਹਨੂੰ ਸਟੂਡੈਂਟ ਵੀਜ਼ਾ ਕੰਸਲਟਿੰਗ ਦੇਣ ਲਈ, ਸਟੂਡੈਂਟ ਵੀਜ਼ਾ ਕੰਸਲਟੈਂਸੀ ਦੇਣ ਦੀ ਪਰਮਿਸ਼ਨ ਮਿਲੀ ਹੋਈ ਹੈ ਸਰਕਾਰ ਦੇ ਵੱਲੋਂ। ਪਿਰਾਮਿਡ ਹੀ ਕਿਉਂ? ਕਿਉਂਕਿ ਪਿਰਾਮਿਡ ਨਿਊਜ਼ੀਲੈਂਡ ਦੇ ਲਈ ਕੋਈ ਫੀਸ ਨਹੀਂ ਚਾਰਜ ਕਰਦਾ, ਨਾ ਵੀਜ਼ੇ ਤੋਂ ਪਹਿਲੇ ਨਾ ਵੀਜ਼ੇ ਤੋਂ ਬਾਅਦ। ਪਿਰਾਮਿਡ ਹੀ ਕਿਉਂ? ਕਿਉਂਕਿ ਪਿਰਾਮਿਡ ਈ ਸਰਵਿਸਿਜ਼ ਤੁਹਾਡੇ ਨਾਲ ਇਨਵੋਲਵਡ ਹੈ, ਤੁਹਾਡੀ ਇੰਟਰਵਿਊ ਪ੍ਰੈਪਰੇਸ਼ਨ ਵਿੱਚ ਇਨਵੋਲਵਡ ਹੈ, ਤੁਹਾਡੇ ਨਾਲ ਕਮਿਟਡ ਹੈ। ਸਟਾਰਟ ਤੋਂ ਲੈ ਕੇ ਆਫਰ ਲੈਟਰ ਅਪਲਾਈ ਤੋਂ ਲੈ ਕੇ ਇੰਟਰਵਿਊ ਪ੍ਰੈਪਰੇਸ਼ਨ ਤੋਂ ਲੈ ਕੇ ਫਾਈਲਿੰਗ ਤੋਂ ਲੈ ਕੇ ਜਦੋਂ ਤੁਸੀਂ ਨਿਊਜ਼ੀਲੈਂਡ ਪਹੁੰਚ ਜਾਂਦੇ ਹੋ, ਕਿਸੇ ਵੇਲੇ ਵੀ ਤੁਹਾਨੂੰ ਕੋਈ ਵੀ ਪ੍ਰਕਾਰ ਦੀ ਮਦਦ ਚਾਹੀਦੀ ਹੈ, ਪਿਰਾਮਿਡ ਈ ਸਰਵਿਸਿਜ਼ ਤੁਹਾਡੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਔਰ ਇਹ ਵਾਅਦਾ ਕਰਦਾ ਹੈ ਕਿ ਉੱਥੇ ਜਾ ਕੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਪਿਰਾਮਿਡ ਈ ਸਰਵਿਸਿਜ਼ ਤੁਹਾਡੀ ਸਹਾਇਤਾ ਕਰੇਗਾ। ਸੋ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਜਲੰਧਰ, ਲੁਧਿਆਣਾ, ਮੋਗਾ ਤੇ ਚੰਡੀਗੜ੍ਹ ਸਾਡੇ ਦਫ਼ਤਰ ਹੈ। ਫ੍ਰੀ ਵੀਜ਼ਾ ਹੈਲਪਲਾਈਨ 92563 92563 92563 92563 ਜਾਂ ਫੇਸਬੁੱਕ पेज www.facebook.com/pyramid-e-services ਜਾਂ ਈਮੇਲ info@pyramid-e-services.com ਤੇ ਤੁਸੀਂ ਮੇਲ ਪਾ ਕੇ ਵੀ ਕਿਸੇ ਵੀ ਪ੍ਰਕਾਰ ਦੀ ਕੁਐਰੀ, ਚਾਹੇ ਕੈਨੇਡਾ ਦੀ ਹੈ, ਨਿਊਜ਼ੀਲੈਂਡ ਦੀ ਹੈ, ਆਸਟ੍ਰੇਲੀਆ ਦੀ ਹੈ ਜਾਂ USA ਦੀ ਹੈ, ਤੁਸੀਂ ਆਪਣੇ ਡਾਕੂਮੈਂਟਸ ਭੇਜੋ। ਆਪਾਂ 24 ਘੰਟੇ ਦੇ ਅੰਦਰ ਅੰਦਰ ਅਸੈਸਮੈਂਟ ਕਰਕੇ ਤੁਹਾਨੂੰ ਉਹਦਾ ਜਵਾਬ ਭੇਜ ਦੇਵਾਂਗੇ ਕਿ ਤੁਹਾਡੀ ਐਲੀਜੀਬਿਲਿਟੀ ਬਣ ਰਹੀ ਹੈ, ਜੇ ਬਣ ਰਹੀ ਹੈ ਤਾਂ ਕਿਹੜੀ ਕੰਟਰੀ ਦੀ ਬਣ ਰਹੀ ਹੈ, ਕੀ ਫੰਡ ਦੀ ਰਿਕੁਆਇਰਮੈਂਟ ਰਹੇਗੀ, ਸਾਰੀ ਜਾਣਕਾਰੀ ਤੁਹਾਨੂੰ ਈਮੇਲ ਰਾਹੀਂ ਔਰ ਫੋਨ ਰਾਹੀਂ ਵੀ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਜੀ ਸਰ, ਨਿਊਜ਼ੀਲੈਂਡ ਦੀ ਜ਼ਰੂਰ ਮੈਂ ਇੱਕ ਹੋਰ ਸਵਾਲ ਕਰਨਾ ਚਾਹੂੰਗੀ। ਜਿਹੜਾ ਹੁਣ ਪਿੱਛੇ ਰਿਫਿਊਜ਼ਲ ਰੇਟ ਦਾ ਜਿਹੜਾ ਕਾਰਨ ਜ਼ਿਆਦਾ ਰਿਹਾ ਹੈ, ਉਹ ਰਿਹਾ ਕਿ ਫੰਡਸ ਨੂੰ ਪ੍ਰੋਪਰ ਤਰੀਕੇ ਨਾਲ ਜਿਹੜੇ ਸਟੂਡੈਂਟਸ ਹੈ ਉਹ ਰੀਅਰੇਂਜ ਨਾ ਕਰਨਾ, ਜਸਟੀਫਾਈ ਵੀ ਨਹੀਂ ਕਰ ਸਕੇ। ਸੋ ਫਿਲਹਾਲ ਹੁਣ ਜਿਹੜੇ ਹੈਗੇ ਨੇ ਫੰਡਸ ਨੂੰ ਲੈ ਕੇ ਸਟੂਡੈਂਟ ਸਟਿਲ ਕਨਫਿਊਜ਼ ਨੇ, ਕਿਉਂਕਿ ਏਜੰਟਸ ਜ਼ਿਆਦਾ ਕਨਫਿਊਜ਼ ਕਰਦੇ ਨੇ ਕਿ 10 ਲੱਖ ਦੇ ਦਿਓ, 15 ਲੱਖ ਦੇ ਦਿਓ, ਫੰਡਸ ਦਿਖਾਉਣ ਦੀ ਲੋੜ ਨਹੀਂ, ਅਸੀਂ ਆਪਣੇ ਲੈਵਲ ਤੇ ਮੈਨੇਜ ਕਰ ਲਾਂਗੇ। ਇਹ ਸਭ ਕੀ ਹੈ ਕਿ ਸਟੂਡੈਂਟਸ ਨੂੰ ਕਿਸ ਤਰ੍ਹਾਂ ਦਾ ਡਿਸੀਜਨ ਫੰਡਸ ਨੂੰ ਲੈ ਕੇ ਲੈਣਾ ਚਾਹੀਦਾ ਹੈ? ਸੋ ਫੰਡਸ ਇੱਕ ਇਹੋ ਜਿਹਾ ਟੌਪਿਕ ਹੈ ਜਿਹਦੇ ਵਿੱਚ ਮੇਰੇ ਖਿਆਲ ਆਪਾਂ ਪੂਰਾ ਸ਼ੋਅ ਵਿੱਚ ਵੀ ਬੋਲੀਏ ਤੇ ਉਹ ਵੀ ਘੱਟ ਹੈ, ਪਰ ਹਾਂ ਬੋਲਾਂਗੇ ਅਗਲੇ ਸ਼ੋਅ ਤੇ। ਸੋ ਅਗਲੇ ਸ਼ੋਅ ਤੇ ਤੁਸੀਂ ਸਾਡਾ ਜਿਹੜਾ ਟਾਈਮਿੰਗਸ ਹੈ ਤੁਸੀਂ ਨੋਟ ਕਰ ਸਕਦੇ ਹੋ। ਅਗਲੇ ਸ਼ੋਅ ਤੇ ਆਪਾਂ ਨਿਊਜ਼ੀਲੈਂਡ ਦੇ ਫੰਡਸ ਬਾਰੇ ਚਰਚਾ ਕਰਾਂਗੇ, ਡਿਸਕਸ ਕਰਾਂਗੇ, ਤਾਂ ਕਿ ਤੁਹਾਨੂੰ ਨੌਲੇਜ ਮਿਲ ਸਕੇ ਕਿ ਕਿੱਦਾਂ ਫੰਡ ਸ਼ੋਅ ਹੋ ਸਕਦੇ ਆ, ਨਿਊਜ਼ੀਲੈਂਡ ਦੀ ਸਰਕਾਰ ਕੀ ਐਕਸਪੈਕਟ ਕਰਦੀ ਹੈ, ਥਰਡ ਪਾਰਟੀ ਐਕਸੈਪਟ ਹੋਏਗੀ ਕਿ ਨਹੀਂ ਹੋਏਗੀ, ਅਗਰ ਹੋਏਗੀ ਤੇ ਕਿੰਨੇ ਦੇ ਫੰਡ ਚਾਹੀਦੇ ਆ, ਇਸ ਬਾਰੇ ਆਪਾਂ ਡਿਟੇਲਡ ਵਿੱਚ ਚਰਚਾ ਕਰਾਂਗੇ ਨਿਊਜ਼ੀਲੈਂਡ ਸਟੂਡੈਂਟ ਵੀਜ਼ੇ ਨੂੰ ਲੈ ਕੇ। ਹੁਣ ਜਾਂਦੇ ਜਾਂਦੇ, ਕਿਉਂਕਿ ਮੇਰੇ ਕੋਲ ਸਮਾਂ ਥੋੜਾ ਰਹਿ ਗਿਆ, ਮੈਂ ਆਸਟ੍ਰੇਲੀਆ ਬਾਰੇ ਜ਼ਰੂਰ 2-4 ਮਿੰਟ ਗੱਲ ਕਰਨਾ ਚਾਹਾਂਗਾ। ਆਸਟ੍ਰੇਲੀਆ ਸਟੂਡੈਂਟ ਵੀਜ਼ਾ ਵਿੱਚ ਵੀਜ਼ੇ ਆ ਰਹੇ ਆ, ਪਿਰਾਮਿਡ ਦੇ ਆ ਰਹੇ ਲੋਕਾਂ ਬਾਰੇ ਮੈਂ ਕਹਿ ਨਹੀਂ ਸਕਦਾ, ਪਿਰਾਮਿਡ ਦੇ ਰੋਜ਼ 3-4 ਵੀਜ਼ੇ ਆ ਰਹੇ ਹੈ। ਪਰ ਕੀ ਕ੍ਰਾਈਟੀਰੀਆ ਹੈ? ਜੇ ਤੁਸੀਂ 12ਵੀਂ ਜਾਂ 13ਵੀਂ ਕੀਤੀ ਹੋਈ ਹੈ, ਅਗਰ ਤੁਹਾਡੇ 5.5 ਬੈਂਡ ਹੈ ਤੇ ਘੱਟ ਤੋਂ ਘੱਟ 65% ਨੰਬਰ ਚਾਹੀਦੇ ਹੈ। ਜੇ ਤੁਹਾਡੇ 6 ਬੈਂਡ ਹੈ ਤੇ 60% 58% ਵਾਲੇ ਦਾ ਵੀਜ਼ਾ ਵੀ ਆ ਸਕਦਾ ਹੈ। ਪ੍ਰੈਫਰੈਂਸ ਹੋਵੇ ਕਿ 2015 ਪਾਸ ਆਊਟ ਹੋਵੇ, ਪਰ 2014 ਵਾਲਾ ਵੀ ਬੱਚਾ ਅਪਲਾਈ ਕਰ ਸਕਦਾ ਹੈ। ਜੇ ਤੁਸੀਂ 2016 ਪਾਸ ਆਊਟ ਹੋਣ ਜਾ ਰਹੇ ਹੋ ਤੇ ਆਪਣੀ ਕੰਡੀਸ਼ਨਲ ਆਫਰ ਤੁਸੀਂ ਹੁਣ ਆਸਟ੍ਰੇਲੀਆ ਵਿੱਚ ਵੀ ਅਪਲਾਈ ਕਰ ਸਕਦੇ ਹੋ। ਸੋ 12ਵੀਂ ਔਰ 13ਵੀਂ ਵਾਲਿਆਂ ਲਈ ਰਿਕੁਆਇਰਮੈਂਟ ਜਿਹੜੀ ਹੈ ਉਹ ਘੱਟ ਤੋਂ ਘੱਟ 60% ਹੋ ਗਈ ਹੈ ਐਵਰੇਜ ਆਫ 4 ਵਿੱਚ। ਸੋ ਐਵਰੇਜ ਆਫ 4 ਦਾ ਮਤਲਬ ਹੈ ਕਿ ਜੇ ਤੁਸੀਂ ਨਾਨ ਮੈਡੀਕਲ ਰੱਖੀ ਹੈ, ਫਿਜ਼ਿਕਸ, ਕੈਮਿਸਟਰੀ, ਮੈਥਸ ਔਰ ਇੰਗਲਿਸ਼, ਇਹਨਾਂ ਚਾਰਾਂ ਦੀ ਐਵਰੇਜ ਮਿਲਾ ਕੇ 60% ਹੋਣੀ ਚਾਹੀਦੀ ਹੈ। ਸੋ ਅਗਰ 60% ਹੈ, 2014 ਔਰ 15 ਤੁਸੀਂ ਪਾਸ ਆਊਟ ਹੋ, 5.5 ਈਚ ਮੋਡਿਊਲ 5 ਤੁਹਾਡੇ ਬੈਂਡ ਹੈ, ਤੇ ਆਪਾਂ ਤੁਹਾਨੂੰ ਇਨਵਾਈਟ ਕਰ ਰਹੇ ਹਾਂ ਆਸਟ੍ਰੇਲੀਆ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਦੇ ਅਧੀਨ ਅਪਲਾਈ ਕਰਨ ਲਈ। ਚਾਹੇ ਮੈਲਬੌਰਨ ਹੈ, ਸਿਡਨੀ ਹੈ, ਬ੍ਰਿਸਬੇਨ ਹੈ, ਪਰਥ ਹੈ, ਐਡਲੇਡ ਹੈ, ਕਿਸੇ ਪਾਸੇ ਵੀ ਤੁਸੀਂ ਜਾਣਾ ਚਾਹੁੰਦੇ ਹੋ, ਪਿਰਾਮਿਡ ਈ ਸਰਵਿਸਿਜ਼ ਨਾਲ ਸਿੱਧੇ ਤੌਰ ਤੇ ਗਵਰਨਮੈਂਟ ਕਾਲਜਸ, ਗਵਰਨਮੈਂਟ ਯੂਨੀਵਰਸਿਟੀਜ਼ ਜੁੜੀਆਂ ਹੋਈਆਂ ਹੈ, ਜਿਸ ਰਾਹੀਂ ਤੁਸੀਂ ਅਪਲਾਈ ਕਰ ਸਕਦੇ ਹੋ। ਔਰ ਗ੍ਰੈਜੂਏਟਸ ਬੱਚਿਆਂ ਲਈ ਤਾਂ ਹੋਰ ਵੀ ਖੁਸ਼ਖਬਰੀ ਹੈ, ਕਿਉਂਕਿ 50% ਤੋਂ ਉੱਪਰ ਵਾਲੇ ਬੱਚੇ ਵੀ ਹੁਣ ਆਸਟ੍ਰੇਲੀਆ ਅਪਲਾਈ ਕਰ ਸਕਦੇ ਆ। ਸੋ ਜਿਹੜੀ 60% ਰਿਕੁਆਇਰਮੈਂਟ
ਰਿਕੁਆਇਰਮੈਂਟ ਹੈ ਉਹ 12ਵੀਂ ਵਾਲਿਆਂ ਲਈ ਹੈ। ਜੀ। ਜਿਹੜੇ ਗ੍ਰੈਜੂਏਟ ਸਟੂਡੈਂਟਸ ਹੈ ਉਹ ਅਗਰ ਉਹਨਾਂ ਦੇ 50% ਵੀ ਹੈ ਔਰ 2014-15 ਪਾਸ ਆਊਟ ਹੈ, ਬੈਂਡ ਸਕੋਰ 6 ਹੈ, ਈਚ ਮੋਡਿਊਲ 5.5, ਓਵਰਆਲ 6, ਉਹ 50% ਨਾਲ ਵੀ 50% ਨਾਲ ਵੀ ਮਾਸਟਰਸ ਡਿਗਰੀ 2 ਸਾਲ ਦੀ ਮਾਸਟਰਸ ਡਿਗਰੀ ਤੇ ਅਪਲਾਈ ਕਰ ਸਕਦੇ। ਸੋ ਜੀ ਬਿਲਕੁਲ ਦਰਸ਼ਕੋ, ਫੈਬਰੀ ਦੇ ਵਿੱਚ ਕੈਨੇਡਾ ਨੂੰ ਲੈ ਕੇ ਪਿਰਾਮਿਡ ਈ ਸਰਵਿਸਿਜ਼ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਲੰਧਰ, ਲੁਧਿਆਣਾ, ਮੋਗਾ, ਚੰਡੀਗੜ੍ਹ ਸੈਮੀਨਾਰ ਹੋਣ ਜਾ ਰਹੇ ਨੇ। 17, 18, 19, 20 ਫਰਵਰੀ ਨੂੰ ਤੁਸੀਂ ਇਹਨਾਂ ਸੈਮੀਨਾਰਸ ਤੇ ਘੁੰਮਾ ਕੇ ਪਹੁੰਚ ਸਕਦੇ ਹੋ। ਕੈਨੇਡਾ ਦੇ ਵੱਖ-ਵੱਖ ਯੂਨੀਵਰਸਿਟੀਜ਼, ਕਾਲਜਿਸ ਦੇ ਨੁਮਾਇੰਦੇ ਜਿਹੜੇ ਇਹਨਾਂ ਸੈਮੀਨਾਰਸ ਦੇ ਵਿੱਚ ਸ਼ਿਰਕਤ ਕਰਨਗੇ। ਐਸਪੀਪੀ ਕੈਟਾਗਰੀ ਦੇ ਅੰਡਰ ਇਹ ਕਾਲਜਿਸ ਤੇ ਯੂਨੀਵਰਸਿਟੀਜ਼ ਹੋਣਗੀਆਂ। ਤੁਸੀਂ ਇਹਨਾਂ ਦੇ ਹੈਲਪਲਾਈਨ ਨੰਬਰ 9253 9253 ਤੇ ਕਾਲ ਕਰਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ ਸਰ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦਰਸ਼ਕੋ। ਫਿਲਹਾਲ ਮੈਨੂੰ ਯਾਨੀ ਕਿ ਛਵੀ ਤੋਂ ਇਜਾਜ਼ਤ, ਮੁੜ ਕੇ ਹਾਜ਼ਰ ਹੋਵਾਂਗੇ ਅਸੀਂ ਅਗਲੇ ਸ਼ੋਅ ਦੇ ਵਿੱਚ ਕੁਝ ਹੋਰ ਗੱਲਾਂ ਬਾਤਾਂ ਕਰਨ ਲਈ। ਟਿਲ ਦੈਨ ਯੂ ਟੇਕ ਕੇਅਰ, ਬਾਏ ਬਾਏ।